प्यारे बच्चों, ਅੱਜ ਅਸੀਂ ਵਰਕਿੰਗ ਆਫ ਇੰਟਰਨੈਟ ਬਾਰੇ ਗੱਲ ਕਰਾਂਗੇ। ਇਹ ਸਾਡਾ ਜਿਹੜਾ ਚੈਪਟਰ ਹੈਗਾ ਆ, ਜਿਸ ਤਰ੍ਹਾਂ ਤੁਸੀਂ ਜਾਣਦੇ ਫੰਡਾਮੈਂਟਲ ਆਫ ਬਿਜ਼ਨਸ ਵਿੱਚ ਆਪਾਂ ਇਹਨੂੰ ਪੜ੍ਹਨ ਜਾ ਰਹੇ ਹੈਗੇ ਆ। ਤੋਂ ਪਹਿਲਾਂ ਅਸੀਂ ਕੀ ਪੜ੍ਹਿਆ ਸੀ? ਆਪਾਂ ਫੰਡਾਮੈਂਟਲ ਆਫ ਇੰਟਰਨੈਟ ਪੜ੍ਹਿਆ ਹੈਗਾ। ਅਸੀਂ ਬੇਸਿਕਲੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇੰਟਰਨੈਟ ਹੈਗਾ ਉਹ ਕੀ ਹੈਗਾ ਆ, ਤੇ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵਰਕਿੰਗ ਆਫ ਇੰਟਰਨੈਟ। ਠੀਕ ਹੈ ਨਾ? ਅਗਰ ਵਰਕਿੰਗ ਆਫ ਇੰਟਰਨੈਟ ਸਾਨੂੰ ਆ ਗਿਆ ਤੇ FEB ਵਿੱਚ ਸਾਡੇ ਲਈ ਬੜਾ ਹੀ ਆਸਾਨ ਹੋ ਜਾਏਗਾ ਕੰਮ ਕਰਨਾ, ਕਿਉਂਕਿ ਸਾਰਾ ਕੰਮ ਕਿਤੇ ਆ ਸਾਡਾ, ਅਸੀਂ ਵੇਖ ਲਿਆ ਸੀ ਇੰਟਰਨੈਟ ਤੇ। ਇੰਟਰਨੈਟ ਵਿੱਚ ਆਪਾਂ ਬੇਸਿਕਲੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਨਾ ਕਿ ਇਹ ਬਹੁਤ ਸਾਰੇ ਕੰਪਿਊਟਰ ਇੰਟਰਕਨੈਕਟਡ ਹੈਗੇ ਨੇ, ਮਿਲੀਅਨਸ ਆਫ ਲੋਕ ਇਹਦੇ ਨਾਲ ਕਮਿਊਨੀਕੇਟ ਕਰ ਪਾ ਰਹੇ ਹੈਗੇ ਨੇ। ਪਰ ਹੁਣ ਆਪਾਂ ਇਹਦੀ ਵਰਕਿੰਗ ਸਮਝਾਂਗੇ, ਕਿਉਂਕਿ ਐਜ਼ ਅ ਮੈਨੇਜਰ ਜਦੋਂ ਤੁਸੀਂ ਕੰਮ ਕਰ ਰਹੇ ਹੋਗੇ ਆਪਣੀ ਫਰਮ ਵਿੱਚ, ਤੁਹਾਨੂੰ ਇੱਕ ਸਮਝ ਹੋਣੀ ਚਾਹੀਦੀ ਹੈ ਕਿ ਜਿਹੜਾ ਇੰਟਰਨੈਟ ਆ ਰਿਹਾ ਹੈਗਾ ਆ, ਇਹਦਾ ਆਪਾਂ ਯੂਟਿਲਾਈਜੇਸ਼ਨ ਕਿਸ ਤਰ੍ਹਾਂ ਕਰਨਾ ਹੈਗਾ ਆ। ਡੈਫੀਨੇਸ਼ਨ ਤਾਂ ਸਾਨੂੰ ਪਤਾ ਲੱਗ ਗਈ, ਈਮੇਲ ਵੀ ਸਾਨੂੰ ਪਤਾ ਲੱਗ ਗਈ, ਉਹਦੀ ਬਾਰੇ ਵੀ ਅਸੀਂ ਉਹਦਾ ਐਡਵਾਂਟੇਜ ਡਿਸਐਡਵਾਂਟੇਜ ਪੜ੍ਹ ਲਏ। ਮਗਰ ਹੁਣ ਆਪਾਂ ਵੇਖਣਾ ਕਿ ਉਹਦੀ ਵਰਕਿੰਗ ਕਿਸ ਤਰ੍ਹਾਂ ਹੁੰਦੀ ਹੈ। ਇੰਨੀ ਗੱਲ ਸਾਰਿਆਂ ਨੂੰ ਕਲੀਅਰ ਹੈ ਬੱਚਿਓ ਕਿ ਇਹ ਇੰਟਰਕਨੈਕਟਡ ਕੰਪਿਊਟਰ ਸਿਸਟਮ ਹੁੰਦਾ ਆ, ਜਿਸ 'ਚ ਕਮਿਊਨੀਕੇਟ ਆਪਾਂ ਇੱਕ ਦੂਸਰੇ ਨਾਲ ਕਰਦੇ ਹੈਗੇ ਆ। ਇਹ ਬਹੁਤ ਵਾਸਟ ਨੈਟਵਰਕ ਹੈਗਾ ਆ। ਇਹ 'ਚ ਸਰਵਰ, ਕਿੰਨੀਆਂ ਚੀਜ਼ਾਂ ਆਪਾਂ ਪੜ੍ਹੀਆਂ ਸੀ ਨਾ ਕੰਪੋਨੈਂਟ ਵਿੱਚ, ਰਾਊਟਰ ਮਾਊਡਮ, ਠੀਕ ਹੈ ਨਾ, ਆ ਰਹੇ ਸੀ ਨਾ, ISP ਕੋਈ ਪ੍ਰੋਵਾਈਡ ਕਰ ਰਿਹਾ ਸੀ ਇੰਟਰਨੈਟ ਸਰਵਿਸ। ਇਹ ਸਾਰੀ ਚੀਜ਼ਾਂ ਜਿਹੜੀਆਂ ਆਪਾਂ ਪੜ੍ਹੀਆਂ ਹੈਗੀਆਂ ਸੀ, ਇਹਨੂੰ ਹੁਣ ਆਪਾਂ ਅੱਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਮਦਦ ਕਰਦੀ ਹੈਗੀ ਆ ਵਰਕਿੰਗ ਆਫ ਇੰਟਰਨੈਟ ਵਿੱਚ। ਤੇ ਸਭ ਤੋਂ ਪਹਿਲਾਂ ਆਪਾਂ ਸਮਝਣਾ ਹੈਗਾ ਆ ਕਿ ਜਦੋਂ ਅਸੀਂ ਵੈਬਸਾਈਟ ਦੀ ਗੱਲ ਕਰਦੇ ਹਾਂ, ਕਿਤੇ ਕੋਈ ਉਹਦਾ ਨਾਂ ਸਮਝ ਲੈਂਦੇ ਆ ਨਾ, ਜਿਸ ਤਰ੍ਹਾਂ ਕੋਈ ਪੰਜਾਬ ਦੀ ਆਪਾਂ ਸਰਵ ਸਿੱਖਿਆ ਅਭਿਆਨ ਦੀ ਸਾਈਟ ਖੋਲ ਰਹੇ ਹਾਂ, ਅਸੀਂ ਪੰਜਾਬ ਬੋਰਡ ਦੀ ਸਾਈਟ ਖੋਲ ਰਹੇ ਆਪਣਾ ਰਿਜ਼ਲਟ ਪਤਾ ਕਰਨ ਲਈ, ਉਹ ਤੇ ਨੂਮੈਰਿਕ ਵਿੱਚ ਹੁੰਦੀ ਆ ਕਿ ਅਲਫਾ ਵਿੱਚ ਹੁੰਦੀ ਆ? ਨਾਰਮਲੀ ਤਾਂ ਆਪਾਂ ਉਹਨੂੰ ਅਲਫਾ ਵਿੱਚ ਵੇਖਦੇ ਆ ਨਾ, ਕਿ ਜਿਸ ਤਰ੍ਹਾਂ www.example.com ਤੁਹਾਡੇ ਸਾਹਮਣੇ ਲਿਖਿਆ। ਪਰ ਇਹ ਟੈਕਨੀਕਲੀ ਉਹ ਕਿਸੇ IP ਐਡਰੈਸ ਨੂੰ ਸੰਬੋਧਿਤ ਕਰ ਰਹੀ ਹੁੰਦੀ ਆ, ਪੁਆਇੰਟ ਆਊਟ ਕਰ ਰਹੀ ਹੁੰਦੀ ਆ। ਉਹ ਸਾਡਾ ਨੰਬਰ ਵਿੱਚ ਹੁੰਦਾ ਹੈਗਾ, ਜਿਸ ਦਾ ਤੁਸੀਂ ਆ ਵੇਖ ਰਹੇ ਜੇ 192.168.0.1। ਹੁਣ ਮੰਨ ਲਓ ਅਗਰ ਸਾਨੂੰ ਇਸ ਤਰ੍ਹਾਂ ਯਾਦ ਕਰਨਾ ਪਵੇ, ਇਹ ਸਾਡੇ ਲਈ ਮੁਸ਼ਕਿਲ ਹੋ ਜਾਏਗਾ ਨਾ ਕਿ ਅਸੀਂ ਨੂਮੈਰਿਕ ਵੈਲਿਊ ਕਿਸ ਤਰ੍ਹਾਂ ਯਾਦ ਰੱਖਾਂਗੇ। ਅੱਜ ਮੈਂ ਤੁਹਾਨੂੰ ਕਹਾਂ ਪੰਜਾਬ ਬੋਰਡ ਦੀ ਸਾਈਟ ਦੱਸੋ, ਤੇ ਤੁਹਾਡੇ ਲਈ ਬੜਾ ਆਸਾਨ ਹੈ, PSEB.AC.in, ਕਿਉਂਕਿ ਤੁਹਾਨੂੰ ਯਾਦ ਹੈਗਾ ਆ। ਤੁਸੀਂ ਅਲਫਾ ਵਾਲੀਆਂ ਚੀਜ਼ਾਂ ਜਿਹੜੀਆਂ ਅਲਫਾਬੈਟ 'ਚ ਆ ਰਹੀਆਂ ਨੇ, ਉਹਨਾਂ ਨੂੰ ਆਸਾਨੀ ਨਾਲ ਯਾਦ ਕਰ ਲੈਂਦੇ ਜੇ। ਮਗਰ ਉਹ ਜਸਟ ਨੂਮੈਰਿਕ ਵੈਲਿਊ 'ਚ ਹੋਣ ਤੇ ਕਿਸ ਤਰ੍ਹਾਂ ਕਰੋਗੇ? ਤੁਹਾਡੇ ਲਈ ਮੁਸ਼ਕਿਲ ਆ ਜਾਏਗੀ ਨਾ। ਹੁਣ ਇਸ ਚੀਜ਼ ਨੂੰ ਸੋਲਵ ਕਰਨ ਵਾਸਤੇ ਕੀ ਆਇਆ? ਇੰਟਰਨੈਟ ਡੋਮੇਨ ਨੇਮ ਸਿਸਟਮ। ਇਹਨੂੰ ਕੀ ਆਨੇ? DNS, ਡੋਮੇਨ ਨੇਮ ਸਿਸਟਮ। ਹੁਣ ਜਿਹੜਾ ਡੋਮੇਨ ਨੇਮ ਸਿਸਟਮ ਹੈਗਾ ਆ, ਇਹ ਅਸਲ 'ਚ ਕੀ ਕਰਦਾ? ਟਰਾਂਸਲੇਟ ਕਰ ਲੈਂਦਾ ਹੈਗਾ ਜਿਹੜਾ ਸਾਡਾ ਅਲਫਾ ਵਿੱਚ ਕੋਈ ਵੈਬਸਾਈਟ ਦਾ ਨਾਮ ਹੈਗਾ ਆ, ਉਹਨੂੰ ਨੂਮੈਰਿਕ ਵਿੱਚ ਜਿਹੜਾ ਕਿ ਐਕਚੁਅਲ ਉਹਦਾ IP ਜਿਹਨੂੰ ਕਮਿਊਨੀਕੇਟ ਕਰਨਾ ਹੈਗਾ, ਉਹਦੇ ਨਾਲ ਇਹ ਪੁਆਇੰਟ ਕਰ ਲੈਂਦਾ ਹੈਗਾ ਆ। ਇਹਨੂੰ ਆਪਾਂ ਕਹਿੰਦੇ ਹਾਂ DNS। ਇਹ ਕਿਸ ਤਰ੍ਹਾਂ ਆਪਰੇਟ ਕਰਦਾ ਹੈਗਾ? ਇਹ ਵੀ ਡੀਸੈਂਟਰਲਾਈਜ਼ ਹੈਗਾ ਆ, ਇਹਦਾ ਪੂਰਾ ਹਾਇਰਾਰਕੀ ਸਿਸਟਮ ਚੱਲਦਾ ਹੈਗਾ ਆ। ਤੇ ਹਰ ਇੱਕ ਵੈਬਸਾਈਟ ਦਾ ਆਪਣਾ ਇੱਕ IP ਐਡਰੈਸ ਹੁੰਦਾ ਹੈਗਾ ਆ, ਜਿੱਥੇ ਉਹ ਪੁਆਇੰਟ ਆਊਟ ਹੋ ਰਹੀ ਹੁੰਦੀ ਹੈ। ਉਹ ਤੁਸੀਂ ਲੱਭ ਵੀ ਸਕਦੇ ਜੇ, ਪਤਾ ਵੀ ਕਰ ਸਕਦੇ ਜੇ। ਫੋਰ ਐਗਜ਼ਾਮਪਲ ਲਈ ਮੈਂ ਤੁਹਾਨੂੰ ਹੋਮਵਰਕ ਦੇ ਦਾਂਗਾ ਕਿ ਤੁਸੀਂ ਗੂਗਲ ਦਾ ਤੇ ਯਾਹੂ ਦਾ IP ਐਡਰੈਸ ਪਤਾ ਕਰਕੇ ਆਓ ਕਿ ਕਿਸ IP ਤੋਂ ਉਹ ਸਾਈਟ ਚੱਲ ਰਹੀਆਂ ਹੈਗੀਆਂ ਨੇ। ਪਰ ਜਦੋਂ ਅਸੀਂ ਉਹਦਾ ਡੋਮੇਨ ਨੇਮ ਖੋਲ੍ਹਦੇ ਹੈਗੇ ਆ ਕਿ ਆਪਣੀ ਵੈਬਸਾਈਟ ਖੋਲਣੀ ਹੈਗੀ ਹੈ ਕਿਸੇ ਬਰਾਊਜ਼ਰ ਤੇ ਜਾ ਕੇ, ਤੇ ਸਾਨੂੰ ਪਤਾ ਆ ਕਿ ਅਸੀਂ google.com ਲਿਖਾਂਗੇ, yahoo.com ਲਿਖਾਂਗੇ, ਖੁੱਲ ਜਾਏਗਾ। ਮਗਰ ਉਹਦਾ IP ਐਡਰੈਸ ਕੀ ਹੈਗਾ? ਆ ਤੁਹਾਡੇ ਵਾਸਤੇ ਹੋਮਵਰਕ ਹੈਗਾ ਆ, ਤੁਸੀਂ ਪਤਾ ਕਰਕੇ ਆਇਓ। ਹੁਣ IP ਐਡਰੈਸ ਕੀ ਹੁੰਦਾ ਬੱਚਿਓ? ਉਹ ਇੱਕ ਇੰਟਰਨੈਟ ਪ੍ਰੋਟੋਕੋਲ ਹੈਗਾ, ਉਹ ਇੱਕ ਯੂਨੀਕ ਐਡਰੈਸ ਹੈਗਾ ਆ, ਇੱਕ ਨੰਬਰ ਹੈਗਾ ਜਿਹੜਾ ਹਰ ਡਿਵਾਈਸ ਨੂੰ ਦਿੱਤਾ ਹੋਇਆ। ਕਿਉਂਕਿ ਵੇਖੋ ਮਿਲੀਅਨਸ ਆਫ ਡਿਵਾਈਸਿਸ ਹੈਗੀਆਂ ਸੀ, ਫਿਰ ਸਾਡੇ ਲਈ ਇਹ ਬੜਾ ਜ਼ਰੂਰੀ ਸੀ ਕਿ ਜਿੰਨੀਆਂ ਵੈਬਸਾਈਟਸ ਖੋਲ ਰਹੇ ਨੇ, ਜਿੰਨੇ ਕੰਪਿਊਟਰ ਖੋਲੇ ਜਾ ਰਹੇ ਨੇ, ਉਹਨਾਂ ਦਾ ਇੱਕ IP ਐਡਰੈਸ ਦਿੱਤਾ ਜਾਵੇ, ਤਾਂ ਕਿ ਉਸ ਬਿਲੀਅਨਸ ਆਫ ਡਿਜੀਟਲ ਡਿਵਾਈਸ ਵਿੱਚ ਉਸ ਪਰਟੀਕੂਲਰ ਡਿਵਾਈਸ ਨੂੰ ਲੱਭਿਆ ਜਾ ਸਕੇ, ਇੱਕ ਪਰਟੀਕੂਲਰ ਵੈਬਸਾਈਟ ਨੂੰ ਲੱਭਿਆ ਜਾ ਸਕੇ। ਤੇ ਆ ਜਿਹੜੇ ਬਿਲੀਅਨਸ ਆਫ ਐਡਰੈਸ ਹੈਗੇ ਨੇ, ਇਹ ਕਿਸ ਫਾਰਮ 'ਚ ਚੱਲ ਰਹੇ ਹੈਗੇ ਨੇ? ਇਹ IP ਐਡਰੈਸ ਵਿੱਚ ਚੱਲ ਰਹੇ ਹੈਗੇ ਨੇ। ਤੇ ਇਹ ਗੱਲ ਸਮਝ ਆ ਗਈ ਕਿ ਹਰ ਇੱਕ ਡਿਵਾਈਸ ਨੂੰ ਆਪਾਂ ਇੱਕ ਯੂਨੀਕ IP ਦੇ ਦਿੰਦੇ ਹੈਗੇ ਆ। ਹੁਣ IP 'ਚ ਕੀ ਹੁੰਦਾ ਹੈਗਾ? ਨੈਟਵਰਕ ਪੋਰਸ਼ਨ ਵੀ ਹੁੰਦਾ, ਹੋਸਟ ਪੋਰਸ਼ਨ ਵੀ ਹੁੰਦਾ। ਜਦੋਂ ਵੱਡੀਆਂ ਕਲਾਸਾਂ ਜਾਓਗੇ ਇਹਨੂੰ ਹੋਰ ਡਿਟੇਲ ਤੁਸੀਂ ਸਮਝੋਗੇ ਕਿ ਉਹ ਕਿਸ ਤਰ੍ਹਾਂ ਕਰਦੇ। ਪਰ ਹਜੇ ਬੇਸਿਕ ਇੰਨਾ ਗੱਲ ਸਮਝ ਕੇ ਚੱਲੋ ਕਿ IP ਐਡਰੈਸ ਆਇਡੈਂਟੀਫਾਈ ਕਰ ਲੈਂਦਾ ਹੈਗਾ ਕਿਸ ਨੈਟਵਰਕ ਤੇ ਕਿਹੜੀ ਡਿਵਾਈਸ ਚੱਲ ਰਹੀ ਹੈ। ਇਹ ਕਲੀਅਰ ਹੋ ਗਿਆ ਸਾਰਿਆਂ ਨੂੰ? ਹੁਣ ਇਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਕਿ ਵਾਟ ਇਜ਼ ਵੈਬ? ਵੈਬ ਕੀ ਹੈ? WWW, ਵਰਲਡ ਵਾਈਡ ਵੈਬ। ਇਹ ਹੈ ਕੀ ਆ? ਇੰਟਰਨੈਟ ਹਾਈਪਰਟੈਕਸਟ ਡਾਕੂਮੈਂਟ ਜਿੰਨੇ ਵੀ ਸਾਡੇ ਕੋਲ
ਆਡੀਓ ਦੇ ਫਾਰਮ 'ਚ, ਵੀਡੀਓ ਦੇ ਫਾਰਮ 'ਚ, ਇਮੇजेस ਦੇ ਫਾਰਮ 'ਚ, ਹੋਰ ਵੀ ਮਲਟੀਮੀਡੀਆ ਦੇ ਫਾਰਮ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਜਿਸ 'ਚ ਚੱਲ ਰਹੀਆਂ ਹੈਗੀਆਂ ਨੇ, ਜਿਹੜਾ ਕਿ ਪੂਰਾ ਇੱਕ ਵਾਈਡ ਵੈਬ ਬਣਾ ਰਹੀਆਂ ਹੈਗੀਆਂ ਨੇ, ਉਹਦਾ ਇੱਕ ਹਾਈਪਰਟੈਕਸਟ ਹੈਗਾ ਆ। ਜਿੱਦਾਂ ਆਪਾਂ ਤੁਹਾਨੂੰ ਵੇਖਿਆ ਹੋਣਾ ਕਿ ਅਸੀਂ ਵੈਬਸਾਈਟ ਕੋਈ ਖੋਲਦੇ ਹਾਂ ਨਾ, ਤੇ ਅਸੀਂ www ਡਾਟ ਕਰਦੇ ਹੈਗੇ ਆ, ਤੇ ਫਿਰ ਡਾਟ ਤੋਂ ਬਾਅਦ ਅਸੀਂ ਉਸ ਵੈਬਸਾਈਟ ਦਾ ਐਡਰੈਸ ਲਿਖਦੇ ਹੈਗੇ ਆ, ਤੇ ਸਾਨੂੰ ਉਹ ਸਾਰਾ ਕੰਟੈਂਟ ਜਿਹੜਾ ਐਕਸੈਸ ਹੋ ਜਾਂਦਾ। ਹੁਣ ਵੈਬਸਾਈਟ ਕੀ ਹੈਗੀ ਆ, ਇਹਦੇ 'ਚ ਥੋੜਾ ਜਿਹਾ ਫਰਕ ਸਮਝੋ। ਵੈਬਸਾਈਟ ਇਜ਼ ਅ ਕਲੈਕਸ਼ਨ ਆਫ ਵੈਬ ਪੇजेस। ਉਹਦੇ 'ਚ ਹੋਏਗਾ ਕਿ ਵੈਬ ਪੇजेस ਹੋਣਗੇ, ਇਮੇजेस ਹੋਣਗੀਆਂ, ਵੀਡੀਓ ਹੋਣਗੀਆਂ, ਹੋਰ ਡਿਜੀਟਲ ਐਸੈਟ ਹੋ ਸਕਦਾ ਹੈਗਾ ਆ ਕਿਸੇ PDF ਫਾਰਮ 'ਚ, ਰਿਟਨ ਫਾਰਮ ਵਿੱਚ, ਜਿਹਨੂੰ ਆਪਾਂ ਐਕਸੈਸ ਕਰ ਪਾਵਾਂਗੇ ਇੰਟਰਨੈਟ ਦੀ ਮਦਦ ਨਾਲ। ਹੁਣ ਵੈਬਸਾਈਟ ਕੀ ਹੈਗੀ ਆ, ਵੈਰਾਈਟੀ ਆਫ ਪਰਪਸ ਹੋ ਸਕਦੇ ਆ, ਕਿਤੇ ਆਨਲਾਈਨ ਕਮਰਸ ਵਾਸਤੇ, ਕਿਤੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ, ਕਿਤੇ ਕਮਿਊਨੀਕੇਸ਼ਨ ਵਾਸਤੇ। ਅਲੱਗ-ਅਲੱਗ ਵੈਬਸਾਈਟ ਦਾ ਅਲੱਗ-ਅਲੱਗ ਕੰਮ ਹੈ ਨਾ। ਜਿੱਦਾਂ ਮੈਂ ਪੰਜਾਬ ਬੋਰਡ ਦੀ ਵੈਬਸਾਈਟ ਦਾ ਐਗਜ਼ਾਮਪਲ ਲੈ ਰਿਹਾ ਸੀ ਕਿ ਤੁਸੀਂ ਆਪਣਾ ਰਿਜ਼ਲਟ ਵੇਖਣਾ, ਤੁਸੀਂ ਆਪਣਾ ਸਿਲੇਬਸ ਵੇਖਣਾ, ਤੁਸੀਂ ਉੱਥੇ ਜਾ ਸਕਦੇ ਹੈਗੇ ਜੇ। ਅਸੀਂ ਕੋਈ YouTube ਵੇਖ ਰਹੇ ਹੈਗੇ, ਉਹ ਤੋਂ ਆਪਾਂ ਵੀਡੀਓ ਕੰਟੈਂਟ ਜਿਹੜਾ ਐਕਸੈਸ ਕਰ ਸਕਦੇ ਹੈਗੇ ਆ। ਇਸ ਤਰ੍ਹਾਂ ਅਲੱਗ-ਅਲੱਗ ਵੈਬਸਾਈਟਸ ਹੁੰਦੀਆਂ ਨੇ ਜਿਹੜਾ ਕਿ ਅਲੱਗ-ਅਲੱਗ ਐਪਲੀਕੇਸ਼ਨ ਨੂੰ ਸੰਬੋਧਨ ਕਰ ਰਹੀਆਂ ਹੁੰਦੀਆਂ ਨੇ, ਜਿੱਥੋਂ ਆਪਾਂ ਅਲੱਗ-ਅਲੱਗ ਚੀਜ਼ਾਂ ਵੇਖ ਸਕਦੇ। ਹੁਣ ਥੋੜਾ ਜਿਹਾ ਡਿਫਰੈਂਸ ਸਮਝੋ, ਵੈਬਸਾਈਟ ਕੀ ਆ ਤੇ ਵੈਬ ਪੇਜ ਕੀ ਆ। ਪਿਆਰੇ ਬੱਚਿਓ, ਵੈਬਸਾਈਟ ਕੀ ਆ, ਕਲੈਕਸ਼ਨ ਆਫ ਵੈਬ ਪੇਜ। ਇੱਕ ਵੈਬਸਾਈਟ 'ਚ ਬਹੁਤ ਸਾਰੇ ਵੈਬ ਪੇਜ ਹੋਣਗੇ ਜਿਹੜੇ ਕਿ ਹਾਈਪਰ ਲਿੰਕ ਨਾਲ ਅਲੱਗ-ਅਲੱਗ ਉਹਦਾ ਐਡਰੈਸ ਹੋਏਗਾ, ਜਿੱਦਾਂ ਉਹ ਲਿੰਕਡ ਹੋਣਗੇ। ਇੱਕ ਸਿੰਗਲ ਡੋਮੇਨ 'ਚ ਹੋ ਸਕਦੇ ਨੇ, ਤੇ ਉਹਨਾਂ ਦੇ ਫਰਦਰ ਹਰ ਇੱਕ ਪੇਜ ਦਾ ਆਪਣਾ ਇੱਕ ਐਡਰੈਸ ਹੋਗਾ। ਹੁਣ ਜਿਹੜੀ ਵੈਬਸਾਈਟ ਹੁੰਦੀ ਹੈ, ਇਹਦਾ ਮਤਲਬ ਉਹਦੇ ਬਹੁਤ ਸਾਰੇ ਪੇजेस ਹੋਣਗੇ, ਤੇ ਉਹਦਾ ਪਰਪਸ ਕੀ ਹੋ ਸਕਦਾ ਆ, ਤੁਸੀਂ ਜਾਣਦੇ ਜੇ। ਜਿਸ ਤਰ੍ਹਾਂ ਆਪਾਂ ਕੋਈ ਵੈਬਸਾਈਟ ਬਣਾਈ ਆ, ਉਹਦਾ ਕੋਈ ਪਰਸਨਲ ਯੂਜ਼ ਵੀ ਹੋ ਸਕਦਾ, ਬਿਜ਼ਨਸ ਵਾਸਤੇ ਵੀ ਹੋ ਸਕਦਾ, ਐਜੂਕੇਸ਼ਨ ਵਾਸਤੇ ਵੀ ਹੋ ਸਕਦਾ। ਹੁਣ ਜਿਹੜਾ ਵੈਬ ਪੇਜ ਹੈ, ਉਹ ਤੇ ਇੱਕ ਸਿੰਗਲ ਡਾਕੂਮੈਂਟ ਹੈਗਾ ਆ, ਜਿਹਦੇ ਵਿੱਚ ਅਸੀਂ ਬਰਾਊਜ਼ਰ ਖੋਲਿਆ ਤੇ ਇੱਕ ਐਡਰੈਸ ਦਿੱਤਾ, ਤੇ ਇੱਕ ਪੇਜ ਸਾਡੇ ਸਾਹਮਣੇ ਖੁੱਲ ਗਿਆ। ਤੇ ਜਿਹੜਾ ਇੱਕ ਪੇਜ ਕਹਿ ਰਿਹਾ ਨਾ ਮੈਂ, ਉਹਦਾ ਇੱਕ ਯੂਨੀਕ ਐਡਰੈਸ ਹੈ। ਮੰਨ ਲਓ ਤੁਸੀਂ ਕੋਈ ਪ੍ਰੋਫਾਈਲ ਬਣਾ ਲੈਂਦੇ ਜੇ ਕਿਸੇ ਵੈਬਸਾਈਟ ਤੇ ਜਾ ਕੇ ਆਪਣੀ, ਹੁਣ ਤੁਹਾਡੇ ਨਾਂ ਦੀ ਜਿਹੜੀ ਪ੍ਰੋਫਾਈਲ ਬਣੀ, ਉਹਦਾ ਇੱਕ ਯੂਨੀਕ ਐਡਰੈਸ ਹੋਏਗਾ। ਤੁਸੀਂ ਉਹ ਯੂਨੀਕ ਐਡਰੈਸ ਤੇ ਕਲਿੱਕ ਕਰੋ, ਤੁਹਾਡਾ ਉਹ ਪਾਰਟਿਕੂਲਰ ਵੈਬ ਪੇਜ ਖੁੱਲੇਗਾ। ਵੈਬਸਾਈਟ ਇੱਕ ਅਲੱਗ ਚੀਜ਼ ਆ, ਜਿਹਦੇ ਵਿੱਚ ਬਹੁਤ ਸਾਰੇ ਉਹ ਸਾਰੇ ਪੇजेस ਇੰਕਲੂਡ, ਉਹ ਵਾਲਾ ਪੇਜ ਵੀ ਜਿਹੜਾ ਤੁਹਾਡਾ ਹੈਗਾ ਆ, ਤੇ ਉਹਦੇ ਕੋਲ ਹੋਰ ਵੀ ਬੜੇ ਸਾਰੇ ਪੇजेस ਹੋਣਗੇ, ਜਿਨ੍ਹਾਂ ਨੂੰ ਮਿਲਾ ਕੇ ਉਹ ਪੂਰੀ ਦੀ ਪੂਰੀ ਵੈਬਸਾਈਟ ਬਣੀ ਹੋਈ ਹੈ। ਵੈਬ ਪੇਜ ਇੱਕ ਪੇਜ ਹੋ ਗਿਆ, ਵੈਬਸਾਈਟ ਕਲੈਕਸ਼ਨ ਆਫ ਵੈਬ ਪੇजेस। ਇਹ ਬੇਸਿਕ ਚੀਜ਼ ਹੈਗੀ ਹੈ ਜਿਹੜੀ ਆਪਾਂ ਸਮਝਣੀ ਹੈਗੀ ਆ। ਹੁਣ ਇਸ ਤੋਂ ਬਾਅਦ ਵੈਬ ਐਡਰੈਸ। ਪਿਆਰੇ ਬੱਚਿਓ, ਵੇਖੋ ਹੁਣ ਜਦੋਂ ਆਪਾਂ ਪੜ੍ਹਾਈ ਕਰ ਰਹੇ ਹਾਂ ਨਾ, ਇਹ ਚੀਜ਼ਾਂ ਤੁਹਾਨੂੰ ਕਲੀਅਰ ਹੁੰਦੀਆਂ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਕਿਸੇ ਲੇਮੈਨ ਨੂੰ ਜਦੋਂ ਆਪਾਂ ਪੁੱਛੀਏ ਨਾ, ਉਹ ਇਹਨਾਂ ਟਰਮਸ ਵਿੱਚ ਬਹੁਤ ਕਨਫਿਊਜ਼ ਹੋ ਜਾਂਦਾ ਆ, ਉਹਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਇਹ ਚੀਜ਼ਾਂ ਕੀ ਚੱਲ ਰਹੀਆਂ ਹੈਗੀਆਂ ਨੇ। ਮਗਰ ਤੁਹਾਨੂੰ ਪਤਾ ਹੋਣਾ ਚਾਹੀਦਾ। ਵੈਬ ਐਡਰੈਸ ਕਹਾਂ ਜਾਂ ਮੈਂ URL ਲਿਖ ਦੇਵਾਂ, ਕਈ ਵਾਰ ਮੈਂ ਲਿਖਦਾ ਹੁੰਦਾ ਨਾ WhatsApp ਗਰੁੱਪ ਤੇ ਕਿ ਭਈ ਆਪਣਾ URL ਭੇਜ ਦਿਓ, ਮੈਂ ਤੁਹਾਨੂੰ URL ਸ਼ੇਅਰ ਕਰ ਰਿਹਾ ਹੈਗਾ। ਹੁਣ URL ਕੀ ਹੈ, ਯੂਨੀਫਾਰਮ ਰਿਸੋਰਸ ਲੋਕੇਟਰ। ਇੱਕ ਵੈਬਸਾਈਟ ਦਾ, ਇੱਕ ਵੈਬ ਪੇਜ ਦਾ ਇੱਕ ਪਾਰਟਿਕੂਲਰ ਐਡਰੈਸ, ਉਸ ਐਡਰੈਸ ਤੇ ਹੋਰ ਕੋਈ ਪੇਜ ਨਹੀਂ ਹੋਏਗਾ, ਹੋਰ ਕੋਈ ਵੈਬਸਾਈਟ ਨਹੀਂ ਹੋਏਗੀ, ਉਹ ਪਾਰਟਿਕੂਲਰ ਹੋਏਗੀ। ਉਹਦੇ ਪ੍ਰੋਟੋਕਾਲ HTTP ਵੀ ਹੁੰਦੇ ਨੇ, ਤੇ ਕਈ ਵਾਰ HTTPS ਵੀ ਹੁੰਦੇ ਨੇ, ਡਿਪੈਂਡ ਕਰਦਾ ਨਾ। ਉਹਦੇ ਬਾਰੇ ਹੋਰ ਡਿਟੇਲਸ ਮੈਂ ਤੁਹਾਨੂੰ ਦੱਸਾਂਗਾ ਕਿਹੜੀ ਸੇਫ ਹੁੰਦੀ ਹੈਗੀ। ਪਰ ਹਜੇ ਆਪਾਂ ਸਮਝ ਕੇ ਚੱਲੀਏ ਕਿ ਜਿਸ ਤਰ੍ਹਾਂ ਸਾਡੀ ਇੱਕ ਐਗਜ਼ਾਮਪਲ ਹੈ ਗੂਗਲ ਦਾ। ਹੁਣ ਆਪਾਂ ਤਾਂ ਜਾਣਦੇ ਵੀ google.com। ਹੁਣ ਜਦੋਂ ਆਪਾਂ google.com ਕਹਾਂਗੇ, ਤੇ ਆਹ ਜਿਹੜਾ ਪਾਰਟਿਕੂਲਰ ਐਡਰੈਸ ਆ, ਉਹਦੇ ਨਾਲ ਕੀ ਖੁੱਲੇਗਾ, ਉਹਦਾ ਹੋਮ ਪੇਜ। ਪਰ ਜੇ ਤੁਸੀਂ ਹੋਰ ਪੇजेस ਤੇ ਜਾਣਾ ਚਾਹੁੰਦੇ ਜੇ, ਤੇ ਉਹਨਾਂ ਦਾ ਇੱਕ ਪਾਰਟਿਕੂਲਰ ਐਡਰੈਸ ਹੋਏਗਾ। ਮੰਨ ਲਓ ਐਗਜ਼ਾਮਪਲ ਆਪਾਂ ਲੈ ਰਹੇ ਸੀ ਨਾ ਪੰਜਾਬ ਬੋਰਡ ਦੀ ਸਾਈਟ ਦਾ, ਅਗਰ ਤੁਸੀਂ ਸਿਲੇਬਸ ਵੇਖਣਾ ਚਾਹੁੰਦੇ ਜੇ ਕਿਹੜੀ ਕਲਾਸ ਦਾ, +2 ਦਾ, ਪਾਰਟਿਕੂਲਰਲੀ FEB ਦਾ, ਤੇ ਉਹਦਾ ਇੱਕ ਪੂਰਾ ਦਾ ਪੂਰਾ ਐਡਰੈਸ ਹੋਏਗਾ ਨਾ। ਜਿਸ ਐਡਰੈਸ ਤੇ ਤੁਸੀਂ ਜਾਓਗੇ, ਉਹ ਇੱਕ URL ਹੋਏਗਾ ਨਾ, ਯੂਨੀਫਾਰਮ ਰਿਸੋਰਸ ਲੋਕੇਟਰ ਹੋਏਗਾ, ਜਿੱਥੇ ਤੁਸੀਂ ਕਲਿੱਕ ਕਰੋਗੇ, ਉਹ ਐਡਰੈਸ ਤੁਹਾਡੇ ਕੋਲ ਹੈਗਾ ਹੈ, ਤੇ ਤੁਸੀਂ ਉਹ ਪੇਜ ਖੋਲ ਪਾਓਗੇ। ਇਹ ਕਲੀਅਰ ਹੋ ਰਿਹਾ ਬੱਚੇ? ਵੈਬਸਾਈਟ, ਵੈਬ ਪੇਜ, ਵੈਬ ਐਡਰੈਸ। ਇਸ ਤੋਂ ਬਾਅਦ ਆਪਾਂ ਲੈਟਰ ਯੂਜ਼ਡ ਇਨ ਵੈਬ ਐਡਰੈਸ ਕਿਸ ਤਰ੍ਹਾਂ ਦੇ ਹੋਣਗੇ, ਉਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਆ। ਵੈਬ ਐਡਰੈਸ ਆਲਸੋ ਨੋਨ ਐਸ ਕੀ ਹੁੰਦਾ ਆ, ਯੂਨੀਫਾਰਮ ਰਿਸੋਰਸ ਲੋਕੇਟਰ ਆਰ ਦਾ ਯੂਨੀਕ ਐਡਰੈਸ। ਉਹ ਇਹ ਨਹੀਂ ਹੋ ਸਕਦਾ ਕਿ ਇੱਕ ਪੇਜ ਦੇ ਬਹੁਤ ਸਾਰੇ ਐਡਰੈਸ ਹੋਣ, ਤੇ ਉਹਨਾਂ ਦੇ ਜਦੋਂ ਆਪਾਂ ਲੈਟਰ ਸ਼ੁਰੂ ਕਰਾਂਗੇ, ਜਾਂ ਤੇ ਉਹ ਮੈਂ ਤੁਹਾਨੂੰ ਦੱਸਿਆ ਨਾ ਪ੍ਰੋਟੋਕਾਲ ਫੋਲੋ ਕਰਦਾ ਹੋਗਾ HTTP ਦਾ ਜਾਂ HTTPS ਦਾ। ਇਹਦੇ ਵਿੱਚ HTTPS ਜਿਹੜਾ ਹੁੰਦਾ ਉਹ ਜ਼ਿਆਦਾ ਸੇਫ ਹੁੰਦਾ, ਸਿਕਿਉਰ ਹੁੰਦਾ ਹੈਗਾ ਆ। ਇਸ ਕਰਕੇ ਆਪਾਂ ਉਹ ਕੋਸ਼ਿਸ਼ ਕਰਨੀ ਹੁੰਦੀ ਕਿ ਜਿੱਥੇ ਜਾਣਕਾਰੀ ਦੇਣੀ ਹੈਗੀ ਆ, ਕੋਈ ਪਾਸਵਰਡ ਦੇਣਾ ਹੈਗਾ ਆ, ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈਗੀ ਹੈ ਜਿਹੜੀ ਆਪਾਂ ਚਾਹੁੰਦੇ ਕਿ ਸਿਕਿਉਰ ਰਵੇ, ਉਹਨੂੰ ਕੋਈ ਐਕਸੈਸ ਨਾ ਕਰੇ, ਉਹ ਫਿਰ ਆਪਾਂ HTTPS ਤੇ ਦੇਣੀ ਹੁੰਦੀ। ਇਸ ਤੋਂ ਬਾਅਦ ਹੋਰ ਕਿਹੜੇ ਲੈਟਰ ਯੂਜ਼ ਕਰਦੇ ਹੈਗੇ ਆ, WWW ਕੀ ਰਿਪਰੈਜ਼ੈਂਟ ਕਰਦੇ ਨੇ, ਵਰਲਡ ਵਾਈਡ ਵੈਬ। ਉਹ ਕਿਸੇ ਦਾ ਸਬ ਡੋਮੇਨ ਹੋ ਸਕਦਾ ਹੈਗਾ ਉਸ ਵੈਬਸਾਈਟ ਦਾ, ਜਿੱਥੇ ਉਹਦਾ ਇੱਕ ਪੂਰੀ ਦਾ ਪੂਰਾ ਵੈਬ ਪੇਜ ਬਣਿਆ ਹੋਏਗਾ, ਉਹਦਾ ਹੋਮ ਪੇਜ ਵੀ ਉਹ ਹੋ ਸਕਦਾ ਹੈਗਾ ਆ। ਤੇ ਇਹ ਬੇਸਿਕ ਚੀਜ਼ਾਂ ਸੀ ਵਰਕਿੰਗ ਆਫ ਇੰਟਰਨੈਟ ਸਾਨੂੰ ਇਹਨਾਂ ਦੀ
ਵਿੱਚ ਹੋਣੀ ਚਾਹੀਦੀ ਆ। ਹੁਣ ਡੋਮੇਨ ਨੇਮ ਤੇ ਆਪਾਂ ਫਿਰ ਆ ਰਹੇ ਹੈਗੇ ਆ ਕਿ ਡੋਮੇਨ ਨੇਮ ਕੀ ਆ? ਤੇ ਮੇਨ ਪਾਰਟ ਆਫ ਵੈਬ ਐਡਰੈਸ। ਆਇਡੈਂਟੀਫਾਈ ਵੈਬਸਾਈਟ ਨੂੰ ਜਦੋਂ ਪਤਾ ਲਗਾਉਣਾ ਨਾ ਕਿ ਕਿਹੜੀ ਵੈਬਸਾਈਟ, ਜਿਸ ਤਰ੍ਹਾਂ ਮੈਂ ਪੰਜਾਬ ਬੋਰਡ ਦੀ ਵੈਬਸਾਈਟ ਦੀ ਗੱਲ ਕਰ ਰਿਹਾ pseb.ac.in, ਹੁਣ ਆਹ ਤੇ ਮੇਨ ਵੈਬਸਾਈਟ ਹੋ ਗਈ, ਜਾਂ google.com, ਇਹ ਮੇਨ ਡੋਮੇਨ ਨੇਮ ਹੋ ਗਿਆ। ਇਸ ਡੋਮੇਨ ਨੇਮ ਸਬ ਡੋਮੇਨ ਹੋ ਸਕਦੀਆਂ ਹੈਗੀਆਂ ਨੇ, ਉਹਨਾਂ ਦੇ ਵੈਬ ਪੇजेस ਹੋ ਸਕਦੇ ਨੇ, ਉਹ ਵੈਬ ਪੇजेस ਨਾਲ ਹੋਰ ਪੇजेस ਖੋਲ ਸਕਦੇ ਹੈਗੇ ਨੇ। ਮਗਰ ਅਗਰ ਕੋਈ ਪੁੱਛਦਾ ਆ ਕਿ ਗੂਗਲ ਦੀ ਡੋਮੇਨ ਨੇਮ ਦੱਸੋ, ਉਹ ਕਿਹੜੀ ਆ? google.com। ਕਲੀਅਰ ਹੋ ਗਿਆ ਸਾਨੂੰ। ਇਸੇ ਤਰ੍ਹਾਂ ਹਰ ਵੈਬਸਾਈਟ ਦਾ ਜਿਹੜੀ ਸਾਡੀ ਜਾਣਕਾਰੀ ਤਹਿਤ ਆ, ਸਾਨੂੰ ਉਹਦਾ ਡੋਮੇਨ ਨੇਮ ਪਤਾ ਹੋਵੇ, ਅਸੀਂ ਉਹ ਲੱਭ ਲਵਾਂਗੇ। ਜੇ ਨਹੀਂ ਪਤਾ ਹੋਵੇ ਫਿਰ ਕੀ ਕਰਾਂਗੇ? ਸਰਚ ਕਰ ਲਵਾਂਗੇ। ਇਹ ਇੱਕ ਹੁੰਦਾ ਹੈ। ਹੁਣ ਹੁੰਦਾ ਕਿ ਪਾਥ, ਹਰ ਇੱਕ ਦਾ URL ਦਾ ਇੱਕ ਸਪੈਸਿਫਿਕ ਪਾਥ ਹੁੰਦਾ ਹੈਗਾ ਆ, ਜਿਹਨੂੰ ਆਪਾਂ ਇੱਕ ਵੈਬ ਪੇਜ ਕਹਿੰਦੇ ਹੈਗੇ ਆ, ਉਹਦਾ ਇੱਕ URL ਹੁੰਦਾ ਹੈ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ। ਇੱਕ ਪਾਰਟਿਕੂਲਰ ਪਾਥ ਹੁੰਦਾ। ਹੁਣ ਵੈਬ ਬਰਾਊਜ਼ਰ ਕੀ ਹੁੰਦਾ? ਕਰੀਬ ਸਾਰਿਆਂ ਨੂੰ ਪਤਾ ਹੋਊਗਾ। ਪਹਿਲਾਂ ਆਪਾਂ ਐਗਜ਼ਾਮਪਲ ਗੱਲ ਕਰ ਲਈਏ। ਆਪਾਂ ਪੁੱਛਦੇ ਹੁੰਦੇ ਨਾ, ਤੇ ਬਹੁਤ ਬੱਚੇ ਇਹਦਾ ਐਗਜ਼ਾਮਪਲ ਦੇਣ 'ਚ ਕਾਮਯਾਬ ਹੋ ਜਾਂਦੇ। ਗੂਗਲ ਦਾ ਕ੍ਰੋਮ ਹੈਗਾ ਆ, ਮੋਜ਼ਿਲਾ ਦਾ ਫਾਇਰਫੌਕਸ ਹੈਗਾ ਆ, ਮਾਈਕਰੋਸਾਫਟ ਦਾ ਐਜ ਹੈਗਾ ਆ, ਐਪਲ ਦਾ ਸਫਾਰੀ ਹੈਗਾ ਆ। ਉਸ ਤੋਂ ਬਾਅਦ ਤੁਸੀਂ ਓਪੇਰਾ ਵੀ ਸ਼ਾਇਦ ਦੇਖਿਆ ਹੋਏਗਾ। ਬਹੁਤ ਸਾਰੇ ਵੈਬ ਬਰਾਊਜ਼ਰ ਹੈਗੇ ਨੇ। ਹੁਣ ਵੈਬ ਬਰਾਊਜ਼ਰ ਕੀ ਕਰਦਾ ਹੈਗਾ? ਉਹ ਇੱਕ ਸੌਫਟਵੇਅਰ ਐਪਲੀਕੇਸ਼ਨ ਆ, ਜੋ ਕਿ ਮਦਦ ਕਰਦਾ ਤੁਹਾਡੀ ਐਕਸੈਸ ਕਰਨਾ ਬਹੁਤ ਸਾਰੀਆਂ ਚੀਜ਼ਾਂ ਨੂੰ, ਜਿਹੜੀਆਂ ਕਿ ਵਰਲਡ ਵਾਈਡ ਵੈਬ ਤੇ ਪਈਆਂ ਹੋਈਆਂ। ਤੁਹਾਨੂੰ ਪਤਾ ਕੀ ਹੋ ਸਕਦੇ ਨੇ? ਵੈਬ ਪੇजेस ਹੋ ਸਕਦੇ ਨੇ, ਇਮੇजेस ਹੋ ਸਕਦੀਆਂ, ਵੀਡੀਓਜ਼ ਹੋ ਸਕਦੇ, ਹੋਰ ਡਿਜੀਟਲ ਮੀਡੀਆ ਹੋ ਸਕਦਾ, ਹੋਰ ਕੋਈ ਚੀਜ਼ਾਂ ਹੋ ਸਕਦੀਆਂ, ਜਾਣਕਾਰੀ ਜਿਹੜੀ ਤੁਸੀਂ ਉੱਥੋਂ ਪ੍ਰਾਪਤ ਕਰਨਾ ਚਾਹੁੰਦੇ ਜੇ। ਮਗਰ ਉਹ ਤੁਹਾਨੂੰ ਕਿੱਥੋਂ ਮਿਲੇਗੀ? ਬੇਸਿਕ ਟੂਲ ਕੀ ਹੋਏਗਾ? ਉਹ ਹੋਏਗਾ ਵੈਬ ਬਰਾਊਜ਼ਰ। ਤੁਹਾਨੂੰ ਇੱਕ ਵੈਬ ਬਰਾਊਜ਼ਰ ਯੂਜ਼ ਕਰਨਾ ਪਏਗਾ, ਤੇ ਫਿਰ ਤੁਸੀਂ ਕਿਸੇ ਵੀ ਵੈਬਸਾਈਟ ਨੂੰ, ਕਿਸੇ ਵੈਬ ਪੇਜ ਨੂੰ ਐਕਸੈਸ ਕਰ ਪਾਓਗੇ, ਤੇ ਉਹਦੇ ਵਿੱਚੋਂ ਇਹ ਜਾਣਕਾਰੀ ਮਿਲ ਸਕਦੀ ਹੈ। ਤੁਹਾਡੀ ਪਸੰਦ ਦਾ ਕੋਈ ਵੀ ਹੋ ਸਕਦਾ। ਤੁਸੀਂ ਖੁਦ ਚੈੱਕ ਕਰਨਾ ਕਿ ਕਿਹੜਾ ਤੁਹਾਡੇ ਲਈ ਸੁਟੇਬਲ ਹੈਗਾ। ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਵੈਬ ਬਰਾਊਜ਼ਰ ਯੂਜ਼ ਕਰਦੀਆਂ ਹੈਗੀਆਂ ਨੇ। ਕਈਆਂ ਨੇ ਆਪਣੇ ਪਰਸਨਲ ਵੀ ਬਣਾਏ ਹੁੰਦੇ ਨੇ, ਉਹ ਵੀ ਚੱਲ ਸਕਦੇ ਨੇ ਕਿਸੇ ਤੇ ਤੁਸੀਂ ਕੰਮ ਕਰੋਗੇ। ਹੁਣ ਇਹਦੇ ਯੂਜ਼ ਕੀ ਹੈਗੇ? ਵੈਬ ਬਰਾਊਜ਼ਰ ਤੁਹਾਨੂੰ ਦੱਸ ਚੁੱਕੇ ਹੈਗੇ ਆ ਕਿ ਵੈਬ ਐਪਲੀਕੇਸ਼ਨ ਨੂੰ ਯੂਜ਼ ਕਰਨ ਲਈ ਹੁੰਦਾ ਆ। ਇੱਕ ਤਰੀਕੇ ਨਾਲ ਇੱਕ ਕਲਾਇੰਟ ਸਾਈਡ ਸੌਫਟਵੇਅਰ ਹੈਗਾ, ਜਿੱਦਾਂ ਤੁਸੀਂ ਅਸੀਂ ਜਾਂ ਡਿਸਕਸ ਕਰ ਪਾਓ। Self practice refer to act of regular and consistently practice a skill, knowledge or activity in order to improve, maintain proficiency। है ना? ਇਹ ਕਲੀਅਰ ਹੋ ਗਿਆ ਸਾਰਿਆਂ ਨੂੰ। ਕੁਝ ਵੀ ਆਪਾਂ ਲਿਖਣਾ ਚਾਹੁੰਦੇ ਆ, ਕਿਸੇ ਸਪੋਰਟਸ ਸੁਣਨੇ ਆ, ਤਾਂ ਉੱਥੇ ਆ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੈ। ਹੁਣ ਨੈਵੀਗੇਸ਼ਨ ਦਾ ਮਤਲਬ ਕੀ ਹੈਗਾ? ਕਿ ਆਪਾਂ ਕੋਈ ਸੀਕ ਕਰਨੀ ਇਨਫੋਰਮੇਸ਼ਨ, ਕੁਝ ਲੱਭਣੀ ਹੈਗੀ ਆ, ਤੇ ਆਪਾਂ ਫਿਰ ਕੀ ਕਵਾਂਗੇ? ਕਿ ਨੈਵੀਗੇਟ ਕਰੋ। ਕਿਉਂਕਿ ਦੇਖੋ ਇੰਟਰਨੈਟ ਤੇ ਭਰਿਆ ਹੋਇਆ ਜਾਣਕਾਰੀ ਨਾਲ, ਮਗਰ ਸਾਨੂੰ ਤੇ ਲੱਭਣੀ ਪਊਗੀ ਨਾ, ਕਿ ਸਾਨੂੰ ਅਸੀਂ ਕਿਸੇ ਪਾਰਟਿਕੂਲਰ ਪੇਜ ਤੱਕ ਜਾਣਾ ਆ, ਤੇ ਉਸ ਪ੍ਰੋਸੈਸ ਨੂੰ ਜਿਹਦੇ ਵਿੱਚ ਆਪਾਂ ਉਹਨੂੰ ਲੱਭਦੇ ਹੈਗੇ ਆ, ਫਾਈਂਡ ਕਰਦੇ ਹੈਗੇ ਆ, ਡਿਜ਼ਾਇਰਡ ਅਮਾਉਂਟ ਆਫ ਡਾਟਾ ਜਿਹੜਾ ਹੈਗਾ ਕਿਸੇ ਵਰਲਡ ਵਾਈਡ ਵੈਬ ਤੇ ਜਿਹੜਾ ਪਿਆ ਹੋਇਆ, ਉਹਨੂੰ ਆਪਾਂ ਨੈਵੀਗੇਸ਼ਨ। ਵੈਬ ਬਰਾਊਜ਼ਰ ਬਾਰੇ ਬਹੁਤ ਵਾਰ ਕਲੀਅਰ ਹੋ ਚੁੱਕਿਆ ਹੈਗਾ ਆ। ਐਗਜ਼ਾਮਪਲ ਸਾਨੂੰ ਕਲੀਅਰ ਹੋ ਗਏ ਨੇ। ਪਾਰਟਿਕੂਲਰ ਐਡਰੈਸ ਆਪਾਂ ਉੱਤੇ ਟਾਈਪ ਕਰਦੇ ਹਾਂ, ਵੈਬਸਾਈਟ ਸਾਡੀ ਖੁੱਲ ਜਾਂਦੀ ਆ। ਹੁਣ ਮੇਰੇ ਬੱਚੋ ਸਰਚ ਇੰਜਨ ਦੀ ਬਹੁਤ ਇੰਪੋਰਟੈਂਸ ਆ, ਕਿਉਂਕਿ ਸਾਰੇ ਵੈਬ ਐਡਰੈਸ ਸਾਨੂੰ ਨਹੀਂ ਪਤਾ ਹੋਣ। ਜੇ ਮੈਂ ਤੁਹਾਨੂੰ ਪੁੱਛਾਂ ਕਿ ਕੋਈ 10 ਵੈਬ ਐਡਰੈਸ ਦੱਸੋ ਜਿਹੜੇ ਪੂਰੇ ਵੈਬ ਪੇਜ ਦੇ URL ਨਾਲ ਹੋਣ, ਤੁਸੀਂ ਨਹੀਂ ਦੱਸ ਪਾਓਗੇ, ਕਿਉਂਕਿ ਤੁਹਾਨੂੰ ਉਹ ਯਾਦ ਹੀ ਨਹੀਂ ਹੋਣਗੇ। ਤੁਹਾਨੂੰ ਡੋਮੇਨ ਨੇਮ ਤੇ ਯਾਦ ਹੋ ਸਕਦਾ, ਮਗਰ ਪੂਰਾ ਪਾਥ ਕਿਸ ਤਰ੍ਹਾਂ ਯਾਦ ਹੋਏਗਾ ਕਿਸੇ ਪਾਰਟਿਕੂਲਰ ਵੈਬ ਪੇਜ ਦਾ? ਉਹਦੇ ਲਈ ਫਿਰ ਆਸਾਨ ਤਰੀਕਾ ਕੀ? ਤੁਹਾਨੂੰ ਕਿਸੇ ਵੈਬਸਾਈਟ ਦਾ ਨਹੀਂ ਪਤਾ, ਤੁਹਾਨੂੰ ਕਿਸੇ ਵੈਬ ਪੇਜ ਦਾ ਨਹੀਂ ਪਤਾ, ਪਰ ਤੁਸੀਂ ਉਹ ਜਾਣਕਾਰੀ ਲੱਭਣਾ ਚਾਹੁੰਦੇ ਜੇ, ਤੇ ਤੁਸੀਂ ਕੀ ਕਰ ਸਕਦੇ? ਸਰਚ ਇੰਜਨ ਬਹੁਤ ਵਧੀਆ ਸੁਵਿਧਾ ਹੈਗੀ ਆ। ਵੈਬ ਬਰਾਊਜ਼ਰ ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਸਰਚ ਕਰ ਸਕਦੇ? ਗੂਗਲ ਦੀ ਮਦਦ ਨਾਲ, ਬਿੰਗ, ਯਾਹੂ, ਬਹੁਤ ਸਾਰੇ ਜਿਹੜੇ ਸਰਚ ਇੰਜਨ ਹੈਗੇ ਆ, ਉਹਨਾਂ ਦੀ ਮਦਦ ਨਾਲ ਤੁਸੀਂ ਕਿਸੇ ਪਾਰਟਿਕੂਲਰ ਪੇਜ ਤੱਕ ਪਹੁੰਚ ਸਕਦੇ ਹੈਗੇ। ਜੇ ਤੁਸੀਂ ਟਾਈਪ ਕਰੋ, ਸਰਚ ਕਰੋ, ਉਹ ਤੋਂ ਰਿਲੇਟਡ ਬਹੁਤ ਸਾਰੀ ਵੈਬਸਾਈਟਸ ਆ ਜਾਣਗੀਆਂ। ਡਾਇਰੈਕਟਰੀਜ਼ ਵੀ ਬੜੀਆਂ ਹੁੰਦੀਆਂ ਨੇ ਪਾਰਟਿਕੂਲਰਲੀ ਕਿਸੇ ਵੈਬਸਾਈਟ ਨੂੰ ਲੱਭਣ ਲਈ, ਉਹਦਾ ਯੂਜ਼ ਵੀ ਤੁਸੀਂ ਕਰ ਸਕਦੇ। ਪਰ ਅਧਿਕਤਰ ਲੋਕ ਹੁਣ ਕਿਹਦਾ ਕਰ ਰਹੇ ਨੇ? ਸਰਚ ਇੰਜਨ ਦਾ ਯੂਜ਼ ਕਰ ਰਹੇ ਨੇ। ਪਰ ਜਾਣਕਾਰੀ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਾਇਰੈਕਟਰੀਜ਼ ਵੀ ਬਣੀਆਂ ਹੁੰਦੀਆਂ ਨੇ। ਜਦੋਂ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਜਿਹੜੇ ਫੋਨ ਹੁੰਦੇ ਸੀ, ਉਹਨਾਂ ਦੀ ਟੈਲੀਫੋਨ ਡਾਇਰੈਕਟਰੀ ਹੁੰਦੀ ਸੀ। ਸਾਰੇ ਸ਼ਹਿਰ ਦੇ ਫੋਨ ਨੰਬਰ ਵਿਦ ਨੇਮ, ਐਡਰੈਸ ਉੱਤੇ ਲਿਖੇ ਹੁੰਦੇ ਸੀ। ਉਸੇ ਤਰ੍ਹਾਂ ਵੈਬ ਐਡਰੈਸ, ਜਿਹੜਾ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਸੀ, ਕਿਸੇ ਵੈਬਸਾਈਟ ਤੱਕ ਪਹੁੰਚਣਾ ਚਾਹੁੰਦੇ ਜੇ, ਉਹ ਤੋਂ ਰਿਲੇਟਡ ਵੀ ਡਾਇਰੈਕਟਰੀਜ਼ ਬਣੀਆਂ ਹੋਣ, ਵੈਬ ਡਾਇਰੈਕਟਰੀਜ਼ ਵੀ ਆਪਾਂ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਪਿਆਰੇ ਬੱਚਿਓ, ਆਪਾਂ ਅਗਰ ਚਾਹੁੰਦੇ ਹਾਂ ਨਾ ਕਿ ਕਈ ਵਾਰ ਕੋਈ ਪਾਰਟਿਕੂਲਰ ਪੇਜ ਹੈਗਾ ਜਿਹਨੂੰ ਆਪਾਂ
ਡਿਫਾਲਟ ਹੋਮ ਪੇਜ ਬਣਾਉਣਾ ਤੇ ਉਹ ਵੀ ਆਪਾਂ ਕਿਸੇ ਵੈਬ ਬਰਾਊਜ਼ਰ 'ਚ ਜਾ ਕੇ ਉਹਨੂੰ ਬੁੱਕਮਾਰਕ ਕਰ ਸਕਦੇ ਹੈਗੇ ਆ। ਇਹਦੇ ਅਲੱਗ-ਅਲੱਗ ਸਟੈਪਸ ਹੈਗੇ ਆ। ਪ੍ਰੈਕਟੀਕਲ ਵਿੱਚ ਵੀ ਆਪਾਂ ਕਈ ਵਾਰ ਤੁਹਾਨੂੰ ਕਰਾਉਂਦੇ ਆ ਨਾ, 2 ਪ੍ਰੈਕਟੀਕਲ ਤੁਹਾਡੇ ਆਉਂਦੇ, ਇੱਕ ਤੇ ਇੱਕ ਈਮੇਲ ਬਾਰੇ ਆਪਾਂ ਕਈ ਵਾਰ ਕਹਿੰਦੇ ਹੁੰਦੇ ਆ ਕਿ ਤੁਹਾਨੂੰ ਈਮੇਲ ਖੋਲਣੀ ਆਉਂਦੀ ਹੋਵੇ, ਈਮੇਲ ਐਕਸੈਸ ਕਰਨੀ ਆਉਂਦੀ ਹੋਵੇ ਤੇ ਉਹਦੇ ਉੱਤੇ ਟਾਈਪ ਕਰਕੇ ਕੋਈ ਈਮੇਲ ਤੁਸੀਂ ਕਿਸੇ ਨੂੰ ਕਰ ਵੀ ਸਕਦੇ ਹੋ। ਇੱਕ ਤੇ ਉਹ ਤੁਹਾਡਾ ਪ੍ਰੈਕਟੀਕਲ ਹੁੰਦਾ। ਇਹ ਕਈ ਵਾਰ ਅਸੀਂ ਕਹਿੰਦੇ ਹੁੰਦੇ ਆ ਕਿ ਕਿਸੇ ਪਾਰਟਿਕੂਲਰ ਪੇਜ ਨੂੰ ਤੁਸੀਂ ਹੋਮ ਪੇਜ ਬਣਾ ਕੇ ਦਿਓ। ਉਹਦੇ ਲਈ ਵੀ ਸਿੰਪਲ ਤਰੀਕੇ ਦੱਸੇ ਹੋਏ ਨੇ। ਤੁਸੀਂ ਵੈਬ ਬਰਾਊਜ਼ਰ ਖੋਲਣਾ, ਸੈਟਿੰਗ ਤੇ ਜਾਣਾ ਹੈਗਾ, ਹੋਮ ਪੇਜ ਤੇ ਜਾਣਾ ਜਾਂ ਸਟਾਰਟਅਪ ਪੇਜ, ਇਹਨਾਂ ਚੋਂ ਕੋਈ ਆਪਸ਼ਨ ਹੁੰਦਾ। ਪਾਰਟਿਕੂਲਰ ਜਿਹੜਾ ਡਿਜ਼ਾਇਰਡ URL ਹੈਗਾ ਉਹਨੂੰ ਕਾਪੀ ਕੀਤਾ ਹੋਏਗਾ ਤੁਸੀਂ, ਜਾਂ ਉਹਨੂੰ ਲਿਖ ਦਿਓ ਤੇ ਉੱਤੇ ਤੁਸੀਂ ਸੇਵ ਕਰੋ। ਫਿਰ ਕੀ ਹੋਏਗਾ, ਜਦੋਂ ਤੁਸੀਂ ਉਹ ਵਾਲਾ ਵੈਬ ਬਰਾਊਜ਼ਰ ਖੋਲੋਗੇ, ਸਭ ਤੋਂ ਪਹਿਲਾਂ ਉਹ ਹੋਮ ਪੇਜ ਤੁਹਾਡਾ ਖੁੱਲੇਗਾ। ਉਹ ਗੂਗਲ ਹੋ ਸਕਦਾ, ਪੰਜਾਬ ਬੋਰਡ ਦੀ ਸਾਈਟ ਹੋ ਸਕਦੀ ਹੈ, ਸਰਵ ਸਿੱਖਿਆ ਅਭਿਆਨ ਦੀ ਸਾਈਟ ਹੋ ਸਕਦੀ ਆ, ਜਿਹੜੀ ਵੀ ਤੁਸੀਂ ਸਾਈਟ ਖੋਲ੍ਹੋ ਚਾਹੁੰਦੇ ਜੇ ਐਜ਼ ਅ ਹੋਮ ਪੇਜ ਜਿਹੜੀ ਤੁਸੀਂ ਸੇਵ ਕੀਤੀ ਹੋਏਗੀ ਉਹ ਉਹਦੇ ਵਿੱਚ ਖੁੱਲ ਜਾਏਗੀ। ਇਹਨੂੰ ਐਜ਼ ਅ ਹੋਮਵਰਕ ਵੀ ਕਰਕੇ ਵੇਖਿਓ ਕਿ ਤੁਸੀਂ ਆਹ ਸਟੈਪ ਫੋਲੋ ਕਰਕੇ ਕਰ ਸਕਦੇ। ਮੈਨੂੰ ਲੱਗਦਾ ਦਿੱਤਾ ਬੱਚੇ ਕਰ ਪਾਉਣਗੇ, ਕਿਉਂਕਿ ਕਿਤੇ ਨਾ ਕਿਤੇ ਪ੍ਰੈਕਟੀਕਲ ਨੌਲੇਜ ਵੀ ਹੋਣਾ ਚਾਹੀਦਾ। ਤੁਸੀਂ ਨਾ ਫੇਵਰੇਟ ਵੈਬਸਾਈਟ ਦੀ ਵੀ ਲਿਸਟ ਬਣਾ ਸਕਦੇ ਜੀ। ਹੁਣ ਜਿਸ ਤਰ੍ਹਾਂ ਚੰਗੇ ਜਿਹੜੇ ਬੱਚੇ ਹੁੰਦੇ ਨੇ ਪੜ੍ਹਾਈ ਵਿੱਚ, ਜਿਨ੍ਹਾਂ ਦਾ ਬਹੁਤ ਧਿਆਨ ਹੁੰਦਾ ਹੈਗਾ ਆ, ਸਿਆਣੇ ਬੱਚੇ ਨੇ, ਉਹ ਕੀ ਕਰਦੇ ਨੇ, ਚੰਗੀਆਂ ਵੈਬਸਾਈਟ ਜਿਹੜੀਆਂ ਨੇ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ, ਸਾਡਾ ਸਿਲੇਬਸ ਦੱਸਣ ਵਾਲੀਆਂ, ਉਹਨਾਂ ਦੇ ਬੁੱਕਮਾਰਕ ਬਣਾ ਕੇ ਰੱਖਦੇ। ਮੰਨ ਲਓ ਹੁਣ ਤੁਸੀਂ +2 ਕਲਾਸ ਵਿੱਚ ਹੈਗੇ ਜੇ, ਤੁਹਾਡਾ ਕੀ ਫਰਜ਼ ਬਣਦਾ, ਤੁਸੀਂ ਸਾਰੇ ਸਿਲੇਬਸ ਵਾਲੇ ਜਿੱਥੇ ਤੁਹਾਡਾ ਸਿਲੇਬਸ ਪਿਆ ਹੋਇਆ ਸਾਰਿਆਂ ਦਾ ਬੁੱਕਮਾਰਕ ਬਣਾ ਕੇ ਰੱਖੋ, ਤਾਂ ਕਿ ਜਦੋਂ ਵੀ FEB ਦਾ, MOP ਦਾ, ਅਕਾਊਂਟੈਂਸੀ ਦਾ, ਬਿਜ਼ਨਸ ਸਟੱਡੀ ਦਾ ਸਿਲੇਬਸ ਐਕਸੈਸ ਕਰਨਾ, ਤੁਸੀਂ ਜਸਟ ਕਲਿੱਕ ਕਰੋ ਉਸ ਫੇਵਰੇਟ ਤੇ ਤੁਹਾਨੂੰ ਐਕਸੈਸ ਹੋ ਜਾਵੇ। ਇਹ ਹੁਸ਼ਿਆਰ ਬੱਚੇ ਦੀ ਪਛਾਣ ਹੁੰਦੀ ਆ ਕਿ ਉਹ ਆਪਣੀ ਜ਼ਰੂਰਤਮੰਦ ਜਿਹੜੀਆਂ ਵੈਬਸਾਈਟਸ ਹੈਗੀਆਂ ਉਹਨਾਂ ਦਾ ਬੁੱਕਮਾਰਕ ਬਣਾ ਕੇ ਰੱਖਦਾ ਹੈਗਾ। ਇਹ ਵੀ ਤੁਸੀਂ ਪ੍ਰੈਕਟਿਸ ਕਰਨੀ ਹੈਗੀ ਆ ਕਿ ਤੁਸੀਂ ਆਪਣੇ ਸਿਲੇਬਸ ਦਾ ਕਮ ਸੇ ਕਮ ਬੁੱਕਮਾਰਕ ਬਣਾ ਕੇ ਰੱਖਿਓ। ਉਹ ਤੁਹਾਡੀਆਂ ਫੇਵਰੇਟ ਸਾਈਟਸ ਦੇ ਰੂਪ ਵਿੱਚ ਸਾਹਮਣੇ ਹੋਣੀਆਂ ਚਾਹੀਦੀਆਂ ਹੈਗੀਆਂ। ਹੁਣ ਤੁਹਾਨੂੰ ਇਹ ਸਮਝ ਆ ਰਿਹਾ ਹੋਗਾ ਨਾ ਪਿਆਰੇ ਬੱਚਿਓ ਕਿ ਇੰਟਰਨੈਟ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵਰਕ ਕਿਸ ਤਰ੍ਹਾਂ ਕਰਦੀਆਂ ਨੇ, ਉਹਨਾਂ ਨੂੰ ਆਪਾਂ ਐਕਸੈਸ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ। ਫਿਰ ਆਪਾਂ ਕੀ ਕਰ ਸਕਦੇ, ਟਰੈਕਿੰਗ ਦਾ ਲਿਸਟ ਆਫ ਵਿਊਡ ਵੈਬ ਪੇजेस ਇਨ ਫੀਚਰ ਪ੍ਰੋਵਾਈਡਡ ਬਾਈ ਮੋਸਟ ਵੈਬ ਬਰਾਊਜ਼ਰ। ਇਹ ਵੀ ਤੁਹਾਨੂੰ ਦਿੱਤਾ ਹੋਏਗਾ। ਇਹ ਕਿੱਥੇ ਹੋਏਗਾ ਬੱਚੇ, ਹਿਸਟਰੀ ਵਿੱਚ। ਤੁਸੀਂ ਮੰਨ ਲਓ ਕੋਈ ਪੇਜ ਐਕਸੈਸ ਕੀਤਾ, ਹੁਣ ਤੁਸੀਂ ਚਾਹੁੰਦੇ ਜੇ ਦੁਬਾਰਾ ਉਹ ਐਕਸੈਸ ਕਰ, ਤੁਸੀਂ ਸਿੰਪਲੀ ਹਿਸਟਰੀ ਵਿੱਚ ਜਾਓ ਤੇ ਤੁਹਾਨੂੰ ਉਹ ਪੇਜ ਲੱਭ ਜਾਏਗਾ। ਇਹ ਵੀ ਇੱਕ ਫੀਚਰ ਹੈਗਾ ਆ ਵੈਬ ਬਰਾਊਜ਼ਰ ਦਾ। ਤਾਂ ਹੀ ਆਪਾਂ ਕਹਿੰਦੇ ਨੇ ਕਿ ਵੈਬ ਬਰਾਊਜ਼ਰ ਚੰਗਾ, ਜਿਹੜਾ ਕਿ ਤੁਹਾਨੂੰ ਜਿੰਨੀਆਂ ਜ਼ਿਆਦਾ ਸਹੂਲਤਾਂ ਦੇ ਰਿਹਾ ਹੋਗਾ ਉਨਾ ਵਧੀਆ ਹੋਏਗਾ। ਮਗਰ ਅਧਿਕਤਰ ਜਿਹੜੇ ਵੈਬ ਬਰਾਊਜ਼ਰ ਹੈਗੇ ਉਹ ਹਿਸਟਰੀ ਦਾ, ਫੇਵਰੇਟ ਵੈਬਸਾਈਟ ਸਿਲੈਕਟ ਕਰਨ ਦਾ, ਬੁੱਕਮਾਰਕ ਕਰਨ ਦਾ, ਹੋਮ ਪੇਜ ਬਣਾਉਣ ਦਾ ਆਪਸ਼ਨ ਦਿੰਦੇ ਹੈਗੇ। ਅੱਛਾ, ਹੋਰ ਤੁਸੀਂ ਕੀ ਇੱਕ ਬਰਾਊਜ਼ਰ ਤੇ ਇੱਕ ਹੀ ਵੈਬਸਾਈਟ ਖੋਲ ਸਕਦੇ, ਇੱਕ ਹੀ ਪੇਜ ਖੋਲ ਸਕਦੇ ਹੈਗੇ ਜੇ ਵੈਬ ਪੇਜ? ਨਹੀਂ। ਓਪਨਿੰਗ ਮਲਟੀਪਲ ਬਰਾਊਜ਼ਰ ਵਿੰਡੋ ਔਨ ਦਾ ਕੰਪਿਊਟਰ। ਜਦੋਂ ਤੁਸੀਂ ਵੈਬ ਬਰਾਊਜ਼ਰ ਖੋਲਿਆ ਹੋਇਆ, ਇੱਕ ਟਾਈਮ ਤੇ ਤੁਸੀਂ ਬਹੁਤ ਸਾਰੇ ਵੈਬ ਪੇजेस ਖੋਲ ਸਕਦੇ ਸਾਈਮਲਟੇਨੀਅਸਲੀ। ਇਹ ਬੜਾ ਆਸਾਨ ਹੁੰਦਾ। ਮੰਨ ਲਓ ਮੈਂ ਆਪਣੇ 3 ਸਿਲੇਬਸ ਖੋਲੇ ਹੋਏ ਨੇ, ਮੈਂ ਉਸ ਤੋਂ ਬਾਅਦ ਜਿਹੜਾ ਰਿਟਨ ਨੋਟਸ ਹੈ ਉਹ ਵੀ ਖੋਲੇ ਹੋਏ ਆ, ਤਾਂ ਹੋ ਸਕਦਾ ਮੈਂ 4 5 6 ਵੈਬ ਪੇजेस ਖੋਲੇ ਹੋਏ ਆ ਤੇ ਫਿਰ ਮੈਂ ਉਹਨਾਂ ਨੂੰ ਕੰਪੇਅਰ ਕਰ ਰਿਹਾ ਆ ਕਿ ਮੇਰੇ ਕੰਮ ਦੀ ਕਿਹੜੀ ਕਿਹੜੀ ਚੀਜ਼ ਹੈਗੀ ਆ। ਇਸ ਤੋਂ ਬਾਅਦ ਕੀ ਫੰਕਸ਼ਨ ਆਉਂਦਾ, ਡਾਊਨਲੋਡਿੰਗ। ਹੁਣ ਮੰਨ ਲਓ ਮੈਨੂੰ ਕੋਈ ਚੀਜ਼ ਇਸ ਤਰ੍ਹਾਂ ਦੀ ਮਿਲ ਗਈ ਜਿਹੜੀ ਮੈਨੂੰ ਲੱਗਦਾ ਕਿ ਮੈਂ ਡਾਊਨਲੋਡ ਕਰਨੀ। ਕਿਉਂ ਡਾਊਨਲੋਡ ਕਰਨੀ ਆ, ਤਾਂ ਕਿ ਮੈਨੂੰ ਆਫਲਾਈਨ ਐਕਸੈਸ ਕਰ ਸਕਾਂ। ਬਹੁਤ ਸਾਰੇ ਬੱਚਿਆਂ ਨੂੰ ਇਸ਼ੂ ਹੁੰਦਾ ਨਾ ਕਿ ਉਹ ਇੰਟਰਨੈਟ 24 ਘੰਟੇ ਨਹੀਂ ਚਲਾ ਸਕਦੇ ਹੈਗੇ, ਮਗਰ ਉਹ ਚਾਹੁੰਦੇ ਨੇ ਜਦੋਂ ਇੰਟਰਨੈਟ ਚੱਲ ਰਿਹਾ ਹੈਗਾ ਆਪਾਂ ਕੋਈ ਚੀਜ਼ ਡਾਊਨਲੋਡ ਕਰਕੇ ਰੱਖ ਲਈਏ। ਤੇ ਟਿਪੀਕਲੀ ਤੁਸੀਂ ਕੋਈ ਚੀਜ਼, ਕੋਈ ਫਾਈਲ ਹੋ ਸਕਦੀ ਹੈ, ਇਮੇਜ ਹੋ ਸਕਦੀ ਹੈਗੀ ਆ, ਕੋਈ PDF ਹੋ ਸਕਦਾ ਹੈ ਜਾਣਕਾਰੀ ਦਾ, ਕੋਈ ਲੈਸਨ ਦਾ ਆਪਾਂ ਨੋਟਸ ਬਣਾਏ ਹੋਏ ਆ, PDF ਹੈ, ਉਹਨੂੰ ਆਪਾਂ ਡਾਊਨਲੋਡ ਕਰ ਲਿਆ। ਹੁਣ ਤੁਹਾਨੂੰ ਇੰਟਰਨੈਟ ਤੇ ਜਾਣ ਦੀ ਲੋੜ ਨਹੀਂ ਹੈਗੀ, ਉਹ ਡਾਊਨਲੋਡਡ ਹੈਗਾ ਆ ਤੇ ਤੁਸੀਂ ਉਹਨੂੰ ਵੇਖ ਸਕਦੇ। ਕੋਈ ਵੀਡੀਓ ਹੈਗਾ, ਤੁਸੀਂ ਉਹਨੂੰ ਡਾਊਨਲੋਡ ਕਰਕੇ ਰੱਖ ਲਿਆ ਹੈਗਾ ਤੇ ਉਹਨੂੰ ਹੁਣ ਤੁਸੀਂ ਐਕਸੈਸ ਕਰ ਸਕਦੇ ਜੇ। ਇਸ ਕਰਕੇ ਡਾਊਨਲੋਡ ਦਾ ਵੀ ਇੱਕ ਆਪਸ਼ਨ ਬਹੁਤ ਸਾਰੀ ਸਾਈਟਸ ਦਿੰਦੀਆਂ ਹੈਗੀਆਂ ਨੇ, ਉਹਨਾਂ ਦਾ ਯੂਜ਼ ਵੀ ਤੁਸੀਂ ਕਰ ਸਕਦੇ। ਜਦੋਂ ਵੀ ਇੰਟਰਨੈਟ ਦੀ ਵਰਤੋਂ ਹੋ ਰਹੀ ਆ, ਇਹ ਸਾਰੀਆਂ ਚੀਜ਼ਾਂ ਅਸੀਂ ਇਸਤੇਮਾਲ ਕਰਦੇ ਹੋਏ ਨਜ਼ਰ ਆਉਂਦੇ ਹੈਗੇ। ਹੁਣ ਤੁਹਾਨੂੰ ਕਲੀਅਰ ਹੋ ਰਿਹਾ ਹੋਊਗਾ ਕਿ ਆਪਾਂ ਵੇਖੋ ਕਿੱਥੋਂ ਚੱਲੇ ਹੈਗੇ ਆ ਤੇ ਕਿੱਥੋਂ ਤੱਕ ਆਪਾਂ ਪਹੁੰਚ ਗਏ ਹੈਗੇ। ਇੱਕ ਬੇਸਿਕ ਜਾਣਕਾਰੀ ਸਾਨੂੰ ਵਰਕਿੰਗ ਆਫ ਕੰਪਿਊਟਰ ਦੀ ਤੇ ਇੰਟਰਨੈਟ ਦੀ, ਤੇ ਕਿਸ ਤਰ੍ਹਾਂ ਉਹਨੂੰ ਆਪਣੇ ਸਬਜੈਕਟ ਜਿਹੜਾ ਕਿ ਫੰਡਾਮੈਂਟਲ ਆਫ ਬਿਜ਼ਨਸ ਹੈਗਾ ਉਹਦੇ ਵਿੱਚ ਲਾਗੂ ਕਰਨਾ, ਤੁਹਾਨੂੰ ਇਹ ਕਲੀਅਰ ਹੋ ਰਿਹਾ ਹੋਏਗਾ। ਹੁਣ ਪਿਆਰੇ ਬੱਚਿਓ, ਬਾਰ-ਬਾਰ ਗੱਲ ਆ ਰਹੀ ਹੈਗੀ ਆ ਸਰਚ ਇੰਜਨ। ਸਰਚ ਇੰਜਨ ਕਿਉਂ ਜ਼ਰੂਰੀ ਹੈਗਾ ਆ, ਕਿਉਂਕਿ ਜਿੰਨੇ ਵੀ ਡੋਮੇਨ ਨੇਮ ਹੈਗੇ ਨੇ, ਜਿੰਨੇ ਵੀ ਵੈਬ ਪੇਜ ਦੇ URL ਹੈਗੇ ਨੇ, ਉਹਨਾਂ ਨੂੰ ਡਾਇਰੈਕਟ ਐਕਸੈਸ ਕਰਨਾ, ਯਾਦ ਰੱਖਣਾ, ਬੁੱਕਮਾਰਕ ਕਰਨਾ, ਫੇਵਰੇਟ ਲਿਸਟ ਸ਼ਾਮਿਲ ਕਰਨਾ ਉਹ ਪੋਸੀਬਲ ਨਹੀਂ ਹੈਗਾ। ਉਹਦੇ ਲਈ ਫਿਰ ਆਸਾਨ ਤਰੀਕਾ ਕੀ ਹੈਗਾ ਆ ਕਿ ਆਪਾਂ ਉਹਨੂੰ ਸਰਚ ਕਰ
ਇਸ ਕਰਕੇ ਬਹੁਤ ਸਾਰੇ ਸਰਚ ਇੰਜਨ ਬਣੇ ਹੋਏ ਆ। ਤੁਸੀਂ ਆਪਣੇ ਮਨਭਾਉਂਦਾ ਸਰਚ ਇੰਜਨ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵਧੀਆ ਸਰਵਿਸ ਦੇ ਸਕਦਾ ਹੈਗਾ ਆ, ਜਿੱਥੋਂ ਵਧੀਆ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈਗੀ ਆ, ਤੁਸੀਂ ਉਹਨੂੰ ਯੂਜ਼ ਕਰੋ ਤੇ ਜਿਹੜੀ ਜਾਣਕਾਰੀ ਚਾਹੀਦੀ ਹੈਗੀ ਆ ਤੁਸੀਂ ਉਹਨੂੰ ਸਰਚ ਕਰੋ। ਹੁਣ ਅਸੀਂ ਜਦੋਂ ਪਿਆਰੇ ਬੱਚਿਓ ਪਿਛਲਾ ਚੈਪਟਰ ਅਸੀਂ ਕਰ ਰਹੇ ਸੀ, ਉਹਦੇ 'ਚ ਵੀ ਅਸੀਂ ਦੋ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕੀਤੀਆਂ, ਇੰਟਰਨੈਟ ਤੇ ਉਹਦੇ ਵਿੱਚ ਫਿਰ ਆਪਾਂ ਕੀ ਸਮਝਿਆ, ਈਮੇਲ। ਈਮੇਲ ਕਿਉਂ ਇੰਨਾ ਇੰਪੋਰਟੈਂਟ ਹੈ, ਇਹਨੂੰ ਆਪਾਂ ਕਿਉਂ ਬਾਰ-ਬਾਰ ਡਿਸਕਸ ਕਰਦੇ ਹਾਂ, ਕਿਉਂਕਿ ਈਮੇਲ ਇੱਕ ਬੇਸਿਕ ਟੂਲ ਹੈਗਾ। ਜਦੋਂ FEB ਆਪਾਂ ਪੜ੍ਹ ਰਹੇ ਹੈਗੇ ਆ, ਕਿਸੇ ਵੀ ਬਿਜ਼ਨਸਮੈਨ ਨੇ ਈਮੇਲ ਦੀ ਵਰਤੋਂ ਕਰਨੀ ਹੈ। ਅਗਰ ਤੁਸੀਂ ਕਿਸੇ ਫਰਮ 'ਚ ਕੰਮ ਕਰ ਰਹੇ ਹੋਗੇ ਐਜ਼ ਅ ਮੈਨੇਜਰ, ਤੁਹਾਨੂੰ ਰੋਜ਼ਾਨਾ ਕੁਝ ਈਮੇਲ ਪੜ੍ਹਨੀਆਂ ਪੈਣਗੀਆਂ ਤੇ ਕੁਝ ਈਮੇਲ ਤੁਹਾਨੂੰ ਕੰਪੋਜ਼ ਕਰਨੀਆਂ ਪੈਣਗੀਆਂ। ਇਸ ਕਰਕੇ ਈਮੇਲ ਬਹੁਤ ਵੱਡਾ ਟੂਲ ਹੈਗਾ ਆ, ਜਿਹਦੇ ਨਾਲ ਤੁਸੀਂ ਉਸ ਇੰਟਰਨੈਟ ਦੀ ਦੁਨੀਆ ਨੂੰ ਐਕਸੈਸ ਕਰਦੇ ਹੈਗੇ ਜੇ, ਜਾਣਕਾਰੀ ਨੂੰ ਪ੍ਰਾਪਤ ਕਰਦੇ ਜੇ, ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰਦੇ ਹੈਗੇ ਜੇ। ਤੇ ਜਦੋਂ ਆਪਾਂ ਪਿਛਲਾ ਚੈਪਟਰ ਪੜ੍ਹ ਰਹੇ ਸੀ, ਉਹ 'ਚ ਵੀ ਆਪਾਂ ਕਲੀਅਰ ਕੀਤੀ ਕਿ ਹੁਣ ਬੜਾ ਆਸਾਨ ਹੋ ਗਿਆ ਆ ਕਿ ਅਸੀਂ ਈਮੇਲ ਦੇ ਜ਼ਰੀਏ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਲੱਖਾਂ ਲੋਕਾਂ ਨੂੰ ਵਨ ਟਾਈਮ ਸਾਰੀ ਈਮੇਲ ਕੀਤੀ। ਉਹਦੇ 'ਚ ਇਮੇਜਸ ਹੋ ਸਕਦੀਆਂ ਨੇ, ਉਹਦੇ 'ਚ ਕੋਈ ਜਾਣਕਾਰੀ ਰਿਟਨ ਰੂਪ 'ਚ ਹੋ ਸਕਦੀ ਹੈ, ਵੀਡੀਓਜ਼ ਹੋ ਸਕਦੀਆਂ, ਠੀਕ ਹੈ ਨਾ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਲਿਆ ਸੀ ਕਿ ਜਦੋਂ ਕੋਈ ਨਵਾਂ ਸ਼ੇਅਰ ਆਉਂਦਾ ਹੈਗਾ IPO ਦੇ ਰੂਪ ਵਿੱਚ, ਜਾਂ ਕੋਈ ਐਨੂਅਲ ਮੀਟਿੰਗ ਹੋਣੀ ਹੈਗੀ ਕਿਸੇ ਕੰਪਨੀ ਦੀ, ਹੁਣ ਉਹ ਆਪਣੇ ਕਲਾਇੰਟਸ ਨੂੰ, ਆਪਣੇ ਸ਼ੇਅਰ ਹੋਲਡਰਸ ਨੂੰ ਦੱਸਣਾ ਚਾਹੁੰਦੇ ਹੈਗੇ ਨੇ, ਇਹ ਬੜਾ ਆਸਾਨ ਹੋ ਗਿਆ ਨਾ। ਉਹ ਜਸਟ ਈਮੇਲ ਕਰ ਦੇਣ, ਉਹਨਾਂ ਕੋਲ ਈਮੇਲ ਐਡਰੈਸ ਆਪਣੇ ਕਲਾਇੰਟਸ ਦੇ, ਸ਼ੇਅਰ ਹੋਲਡਰਸ ਦੇ ਹੁੰਦੇ ਨੇ, ਉਹਨਾਂ ਨੇ ਜਸਟ ਇੱਕ ਕਲਿੱਕ ਕਰਨਾ ਹੈਗਾ ਆ ਤੇ ਉਹ ਹਜ਼ਾਰਾਂ ਈਮੇਲਸ ਜਿਹੜੀਆਂ, ਲੱਖਾਂ ਈਮੇਲਸ ਜਿਹੜੀਆਂ ਹੈਗੀਆਂ ਉਹਨਾਂ ਦੇ ਕਲਾਇੰਟਸ ਤੱਕ ਪਹੁੰਚ ਜਾਂਦੀਆਂ ਹੈਗੀਆਂ ਨੇ। ਤੇ ਇਹਦਾ ਬਹੁਤ ਜ਼ਿਆਦਾ ਯੂਜ਼ ਹੈਗਾ ਆ। ਹੁਣ ਇੱਕ ਹੋਰ ਜਿਹੜਾ ਮੈਂ ਤੁਹਾਡੇ ਨਾਲ ਰਿਪੀਟ ਕਰ ਰਿਹਾ ਹੈਗਾ ਆ, ਉਹ ਹੈਗਾ ਆ ਪ੍ਰੈਕਟੀਕਲ। ਆਪਾਂ ਈਮੇਲ ਚੈੱਕ ਕਿਸ ਤਰ੍ਹਾਂ ਕਰਨੀ, ਅਕਸਰ ਸਾਡਾ ਪ੍ਰੈਕਟੀਕਲ ਆ ਜਾਂਦਾ ਹੈਗਾ ਆ। FEB ਵਿੱਚ, MOP ਵਿੱਚ ਵੀ ਆਪਾਂ ਕੁਝ ਪ੍ਰੈਕਟੀਕਲ ਕੀਤੇ ਨੇ। ਹੁਣ ਆਪਾਂ ਇਸ ਸਾਲ FEB ਵਿੱਚ ਕੁਝ ਪ੍ਰੈਕਟੀਕਲ ਸਿੱਖਾਂਗੇ ਕਿ ਮੰਨ ਲਓ ਹੌਟਮੇਲ ਆ, ਜਾਂ ਚਾਹੇ ਗੂਗਲ ਹੋਵੇ, ਚਾਹੇ ਯਾਹੂ ਦੀ ਹੋਵੇ, ਕੋਈ ਵੀ ਹੋ ਸਕਦਾ, ਪਰ ਆਪਾਂ ਐਗਜ਼ਾਮਪਲ ਅੱਜ ਹੌਟਮੇਲ ਦਾ ਲਿਆ ਕਿ ਆਪਾਂ ਉਹਦੇ ਵਿੱਚ ਕੋਸ਼ਿਸ਼ ਕਰਨੀ ਹੈਗੀ ਆ ਕਿ ਆਪਣੀ ਈਮੇਲ ਨੂੰ ਚੈੱਕ ਕਰ ਲਈਏ ਤੇ ਸੈਂਡ ਕਰ ਲਈਏ। ਚੈੱਕ ਦਾ ਭਾਵ ਕੀ ਹੈ, ਜਿਹੜੀ ਈਮੇਲ ਸਾਨੂੰ ਆਈ ਹੈਗੀ ਆ ਅਸੀਂ ਉਹਨੂੰ ਰੀਡ ਕਰ ਲਈਏ, ਉਹਨੂੰ ਪੜ੍ਹ ਲਈਏ, ਉਹਨੂੰ ਐਕਸੈਸ ਕਰੀਏ ਕਿ ਉਹਦੇ ਅੰਦਰ ਕੀ ਜਾਣਕਾਰੀ ਦਿੱਤੀ ਹੈ, ਇਮੇਜ ਦੇ ਰੂਪ 'ਚ, PDF ਦੇ ਰੂਪ ਵਿੱਚ, ਰਿਟਨ ਫਾਰਮੈਟ, ਟੈਕਸਟ ਦੇ ਰੂਪ ਵਿੱਚ। ਉਹ ਜਾਣਕਾਰੀ ਨੂੰ ਆਪਾਂ ਪੜ੍ਹਨਾ ਹੈਗਾ ਆ। ਤੇ ਦੂਸਰਾ ਹੋ ਸਕਦਾ ਆ ਕਿ ਅਸੀਂ ਆਪਣੀ ਜਾਣਕਾਰੀ ਨੂੰ ਸ਼ੇਅਰ ਕਰਨਾ, ਉਹਦੇ 'ਚ ਆਪਾਂ PDF ਸ਼ੇਅਰ ਕਰ ਸਕਦੇ, ਇਮੇਜ, ਰਿਟਨ ਮਟੀਰੀਅਲ ਸ਼ੇਅਰ ਕਰ ਸਕਦੇ ਹਾਂ। ਹੁਣ ਤਰੀਕਾ ਕੀ ਹੈਗਾ ਆ, ਉਹ ਪਾਰਟਿਕੂਲਰ ਵੈਬਸਾਈਟ ਖੋਲੋ ਜਿੱਥੇ ਸਾਡੀ ਈਮੇਲ ਹੈਗੀ ਆ। ਫਾਰ ਐਗਜ਼ਾਮਪਲ ਆਪਾਂ ਹੌਟਮੇਲ ਦੀ ਗੱਲ ਕਰ ਰਹੇ ਹਾਂ ਤੇ ਆਪਾਂ outlook.com ਖੋਲ ਲਈ, ਇਹਦੇ ਵਿੱਚ ਵੈਬ ਬਰਾਊਜ਼ਰ ਵਿੱਚ, ਵੈਬ ਬਰਾਊਜ਼ਰ 'ਚ ਗਏ ਨਾ, ਉਹਦੇ 'ਚ ਐਡਰੈਸ ਬਾਰ 'ਚ ਜਾ ਕੇ ਆਪਾਂ ਲਿਖਿਆ outlook.com। ਹੁਣ ਸਾਡੇ ਸਾਹਮਣੇ ਵੈਬਸਾਈਟ ਖੁੱਲ ਗਈ ਹੈਗੀ ਆ। ਉਹ ਤੁਹਾਡੇ ਕੋਲ ਕੀ ਮੰਗ ਰਹੀ ਹੋਏਗੀ ਬੱਚੋ, ਦੋ ਚੀਜ਼ਾਂ, ਤੁਹਾਡਾ ਯੂਜ਼ਰ ਨੇਮ ਤੇ ਤੁਹਾਡਾ ਪਾਸਵਰਡ। ਉਹਦਾ ਈਮੇਲ ਦਾ ਐਡਰੈਸ ਹੁੰਦਾ ਨਾ, ਉਹ ਐਜ਼ ਅ ਯੂਜ਼ਰ ਨੇਮ ਐਕਟ ਕਰੇਗਾ। ਜੋ ਵੀ ਤੁਸੀਂ ਬਣਾਇਆ ਹੋਏਗਾ, ਤੁਹਾਡਾ ਨਾਂ ਤੋਂ ਸੰਬੰਧਿਤ ਹੋ ਸਕਦਾ ਹੈਗਾ, ਤੁਹਾਡੇ ਬਿਜ਼ਨਸ ਸੰਬੰਧਿਤ ਹੋ ਸਕਦਾ, @hotmail ਤੇ ਜਾਂ outlook.com ਤੇ। ਹੁਣ ਉਹ ਜਿਹੜਾ ਐਡਰੈਸ ਹੈਗਾ ਆ, ਜਿਹੜਾ ਤੁਹਾਡਾ ਈਮੇਲ ਐਡਰੈਸ ਆ, ਉਹ ਤੁਸੀਂ ਦੇਣਾ ਹੈਗਾ, ਪਾਸਵਰਡ ਦੇਣਾ ਹੈਗਾ, ਤੇ ਤੁਸੀਂ ਕੀ ਕਰ ਪਾਓਗੇ, ਸਾਈਨ ਇਨ ਕਰ ਪਾਓਗੇ। ਜਦੋਂ ਤੁਸੀਂ ਸਾਈਨ ਇਨ ਕਰ ਪਾਓਗੇ, ਫਿਰ ਤੁਸੀਂ ਮੇਨ ਪੇਜ ਤੇ ਵੇਖੋਗੇ ਇਨਬਾਕਸ ਦਾ ਆਪਸ਼ਨ। ਹੁਣ ਬੱਚੇ ਇਨਬਾਕਸ ਵਿੱਚ ਤੁਸੀਂ ਕੀ ਵੇਖ ਪਾਓਗੇ, ਇਨਬਾਕਸ ਵਿੱਚ ਤੁਸੀਂ ਜਾ ਕੇ ਜਿਹੜੀਆਂ ਈਮੇਲਸ ਤੁਹਾਨੂੰ ਆਈਆਂ ਹੋਈਆਂ ਨੇ ਤੁਹਾਡੇ ਕਲਾਇੰਟ ਵੱਲੋਂ, ਤੁਹਾਡੇ ਸ਼ੇਅਰ ਹੋਲਡਰ ਵੱਲੋਂ, ਜਿਹੜਾ ਵੀ ਤੁਸੀਂ ਕੰਮ ਕਰਦੇ, ਜਿਸ ਤਰ੍ਹਾਂ ਦੀ ਫਰਮ ਚਲਾਉਂਦੇ ਜੇ, ਉਹਨਾਂ ਵੱਲੋਂ ਤੁਹਾਨੂੰ ਆਈਆਂ ਨੇ, ਉਹ ਤੁਸੀਂ ਚੈੱਕ ਕਰ ਸਕਦੇ ਕਿ ਜੀ ਕਿੱਥੇ ਜਾ ਕੇ, ਇਨਬਾਕਸ ਵਿੱਚ ਜਾ। ਹੁਣ ਅਗਰ ਮੈਂ ਚਾਹੁੰਦਾ ਹਾਂ ਕਿ ਮੈਂ ਈਮੇਲ ਕਿਸੇ ਨੂੰ ਕਰਨੀ ਆ, ਉਹਦਾ ਪ੍ਰੋਸੈਸ ਵੀ ਬੜਾ ਸੇਮ ਹੈ। ਅਸੀਂ ਲੌਗਇਨ ਹੋਏ ਹੋਏ ਹਾਂ, ਸਾਈਨ ਇਨ ਹੈਗੇ ਆ। ਉਸ ਤੋਂ ਬਾਅਦ ਆਪਾਂ ਇਨਬਾਕਸ ਤੇ ਨਾ ਜਾਈਏ, ਆਪਾਂ ਕਿੱਥੇ ਜਾਈਏ, ਉੱਥੇ ਲਿਖਿਆ ਹੋਊਗਾ ਕੰਪੋਜ਼। ਕੰਪੋਜ਼ ਤੇ ਕਲਿੱਕ ਕੀਤਾ ਤੇ ਤੁਹਾਡੇ ਕੋਲ ਨਿਊ ਈਮੇਲ ਦਾ ਆਪਸ਼ਨ ਆ ਜਾਏਗਾ। ਹੁਣ ਤੁਸੀਂ ਕੀ ਕਰੋਗੇ, ਤੁਸੀਂ ਜਿਹਨੂੰ ਈਮੇਲ ਕਰਨੀ ਆ, ਜਿਹਨੂੰ ਈਮੇਲ ਭੇਜਣੀ ਆ, ਉਹਦਾ ਐਡਰੈਸ ਟਾਈਪ ਕਰੋਗੇ। ਉਹਦਾ ਸਬਜੈਕਟ ਹੋ ਸਕਦਾ ਹੈ, ਉਹ ਸਬਜੈਕਟ ਦੱਸੋਗੇ, ਕਿਉਂਕਿ ਸਭ ਤੋਂ ਪਹਿਲਾਂ ਕੀ ਆਏਗਾ ਸਾਹਮਣੇ, ਸਬਜੈਕਟ ਆਏਗਾ ਨਾ। ਉਹ ਸਬਜੈਕਟ ਪੜ੍ਹਨਾ ਨੂੰ ਕਲੀਅਰ ਹੋ ਜਾਏਗਾ ਕਿ ਇਸ ਵਿਅਕਤੀ ਨੇ ਇਸ ਸਬਜੈਕਟ ਤੇ ਮੈਨੂੰ ਇਹ ਈਮੇਲ ਭੇਜੀ ਹੈ। तो ਜਿਹੜਾ ਤੁਹਾਡਾ ਕਲਾਇੰਟ ਹੈਗਾ ਉਹਨੂੰ ਆਸਾਨੀ ਨਾਲ ਸਮਝ ਆ ਜਾਊਗਾ ਕਿ ਇਸ ਕੰਪਨੀ ਤੋਂ ਈਮੇਲ ਆਈ ਆ, ਇਹ ਉਹਨਾਂ ਦਾ ਸਬਜੈਕਟ ਆ, ਭੇਜਣ ਵਾਲੇ ਦਾ ਨਾਮ ਵੀ ਪਤਾ ਲੱਗ ਜਾਏਗਾ, ਸਬਜੈਕਟ ਵੀ ਪਤਾ ਲੱਗ ਗਿਆ, ਫਿਰ ਉਹ ਖੋਲੇਗਾ। ਤੇ ਤੁਸੀਂ ਆ ਦੋ ਚੀਜ਼ਾਂ, ਤੇ ਤੀਸਰੀ ਚੀਜ਼ ਕੀ ਕਰੋਗੇ, ਕੋਈ ਨਾ ਕੋਈ ਮੈਸੇਜ ਵੀ ਤਾਂ ਦੋਗੇ ਨਾ,
ਉਹ ਤੁਸੀਂ ਬੋਡੀ ਆਫ ਮੈਸੇਜ ਟਾਈਪ ਕਰੋਗੇ, ਉਹ ਲਿਖ ਦੋਗੇ। ਉਹਦੇ 'ਚ ਤੁਸੀਂ ਕੋਈ ਇਮੇਜ ਵੀ ਦੇ ਸਕਦੇ ਜੇ, PDF ਦੇ ਸਕਦੇ, ਵੀਡੀਓ ਲਿੰਕ ਦੇ ਸਕਦੇ ਜੇ, ਉਹ ਤੁਹਾਡੀ ਮਰਜ਼ੀ ਆ। ਤੁਸੀਂ ਬੋਡੀ ਆਫ ਮੈਸੇਜ ਉਹ ਸਭ ਦੇ ਕੇ ਤੇ ਤੁਸੀਂ ਬਾਅਦ 'ਚ ਕੀ ਕਰੋਗੇ ਬੱਚੇ, ਕਿੱਥੇ ਕਲਿੱਕ ਕਰਨਾ ਹੈ, ਸੈਂਡ ਤੇ ਜ਼ਰੂਰ ਕਲਿੱਕ ਕਰਨਾ। ਸੈਂਡ ਤੇ ਕਲਿੱਕ ਕਰੋਗੇ ਫਿਰ ਹੀ ਤਾਂ ਈਮੇਲ ਜਾਏਗੀ ਨਾ, ਈਮੇਲ ਉਹ ਚਲੀ ਗਈ। ਹੁਣ ਆ ਤੁਹਾਡੇ ਦੋਵੇਂ ਪ੍ਰੈਕਟੀਕਲ ਕਲੀਅਰ ਹੋ ਗਏ ਹੋਣਗੇ ਕਿ ਈਮੇਲ ਕਿਸੇ ਨੂੰ ਭੇਜਣੀ ਕਿਸ ਤਰ੍ਹਾਂ ਹੈ ਤੇ ਆਪਾਂ ਰਿਸੀਵ ਕਿਸ ਤਰ੍ਹਾਂ। ਹੁਣ ਤੁਸੀਂ ਜਿਹੜੀ ਈਮੇਲ ਆਈ ਆ ਉਹਨੂੰ ਪੜ੍ਹ ਸਕਦੇ ਹੈਗੇ ਜੇ, ਜਿਹੜੀ ਈਮੇਲ ਦਾ ਤੁਸੀਂ ਜਵਾਬ ਦੇਣਾ ਉਹ ਤੁਸੀਂ ਦੇ ਸਕਦੇ ਹੈਗੇ ਜੇ, ਤੇ ਤੁਸੀਂ ਨਵੀਂ ਈਮੇਲ ਵੀ ਕਿਸੇ ਨੂੰ ਭੇਜ ਸਕਦੇ ਹੈਗੇ ਜੇ। ਪੂਰੀ ਦੀ ਪੂਰੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਚਿੱਠੀ ਵਿਵਹਾਰ ਚੱਲਦਾ ਸੀ, ਸਾਡਾ ਪੱਤਰ ਵਿਵਹਾਰ ਚੱਲਦਾ ਸੀ, ਉਹ ਸਾਰੀਆਂ ਚੀਜ਼ਾਂ ਹੁਣ ਇਲੈਕਟ੍ਰੋਨਿਕ ਮਾਧਿਅਮ ਨਾਲ ਹੋ ਗਈਆਂ ਤੇ ਉਹਨੂੰ ਆਪਾਂ ਕਹਿਣ ਲੱਗ ਪਏ ਈਮੇਲ। ਹੁਣ ਬੱਚਿਓ ਹਰ ਜਦੋਂ ਕੋਈ ਚੀਜ਼ ਆਉਂਦੀ ਹੈ ਨਾ, ਉਹ ਕੁਝ ਪ੍ਰੋਬਲਮਸ ਵੀ ਲੈ ਕੇ ਆਉਂਦੀ, ਉਹਨਾਂ ਨੂੰ ਵੀ ਆਪਾਂ ਸਮਝ। ਇੱਕ ਪ੍ਰੋਬਲਮ ਹੈਗੀ ਹੈ ਸਪੈਮ ਦੀ। ਪਹਿਲਾਂ ਜਦੋਂ ਸਾਡੇ ਕੋਲ ਫਿਜ਼ੀਕਲ ਲੈਟਰ ਆਉਂਦੇ ਸੀ ਨਾ, ਬੜੀ ਘੱਟ ਸੰਭਾਵਨਾ ਸੀ ਕਿ ਕੋਈ ਗਲਤ ਲੈਟਰ ਸਾਡੇ ਕੋਲ ਆ ਜਾਵੇ ਜਿਹੜਾ ਅਨਵਾਂਟਡ ਹੋ। ਮਗਰ ਹੁਣ ਈਮੇਲ ਕਿਉਂਕਿ ਫ੍ਰੀ ਆ, ਐਡਰੈਸ ਆਸਾਨੀ ਨਾਲ ਮਿਲ ਜਾਂਦਾ ਹੈਗਾ ਆ, ਤੇ ਕੋਈ ਵੀ ਤੁਹਾਨੂੰ ਕਰ ਸਕਦਾ ਹੈ, ਤੇ ਇਸ ਕਰਕੇ ਬਹੁਤ ਸਾਰੀਆਂ ਅਨਵਾਂਟਡ ਇਲੈਕਟ੍ਰੋਨਿਕ ਮੈਸੇਜ ਤੁਹਾਡੇ ਕੋਲ ਆ ਜਾਂਦੇ ਨੇ। ਉਹਨਾਂ ਨੂੰ ਤੁਸੀਂ ਸਪੈਮ ਵਿੱਚ ਪਾ ਸਕਦੇ ਨੇ ਤਾਂ ਕਿ ਤੁਹਾਡੇ ਇਨਬਾਕਸ ਵਿੱਚ ਡਾਇਰੈਕਟਲੀ ਨਾ ਜਾਣ। ਉਹਨੂੰ ਤੁਸੀਂ ਫਾਈਟ ਕਰ ਸਕਦੇ ਹੈਗੇ ਜੇ। ਹੋਰ ਸੌਫਟਿੰਗ ਮੇਲ ਦਾ ਇੱਕ ਇਸ਼ੂ ਆ ਰਿਹਾ ਹੈਗਾ, ਉਹ ਕੀ ਹੈਗਾ ਆ, ਉਹ ਹੈ ਫਿਲਟਰਿੰਗ ਟੈਕਨੀਕ, ਤਾਂ ਕਿ ਕੀ ਹੋ ਸਕੇ, ਜਿਹੜੀ ਅਨਵਾਂਟਡ ਹੈਗੀਆਂ ਨੇ ਈਮੇਲਸ ਉਤੋਂ ਬਚਿਆ ਜਾ ਸਕੇ। ਇੱਕ ਸੋਲੂਸ਼ਨ ਦੀ ਤਰ੍ਹਾਂ ਇਹ ਕੰਮ ਕਰੂਗਾ। ਉਸ ਤੋਂ ਬਾਅਦ ਕੀ ਆ ਰਿਹਾ ਹੈਗਾ ਸਾਡੇ ਕੋਲ, ਆਪਾਂ ਉਹਨੂੰ ਸੌਰਟ ਆਊਟ ਕਰ ਸਕਦੇ ਹੈਗੇ ਕਿਹੜੇ ਐਡਰੈਸ ਤੋਂ ਆਈ ਆ। ਸਾਨੂੰ ਪਤਾ ਕਿ ਸਾਨੂੰ ਇਸ ਐਡਰੈਸ ਤੋਂ ਚਾਹੀਦੀਆਂ ਨੇ, ਅਸੀਂ ਉਹ ਐਡਰੈਸ ਸੌਰਟ ਆਊਟ ਕਰ ਲਈਏ। ਸਪੈਮ ਨੂੰ ਅਲੱਗ ਤੋਂ ਸੌਰਟ ਆਊਟ ਕਰ ਸਕਦੇ ਹੈਗੇ, ਉਹਨੂੰ ਡਿਲੀਟ ਕਰ ਲਈਏ, ਜਿਹੜੇ ਸਾਡੇ ਕੰਮ ਦੀਆਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਰੱਖ ਲਈਏ। ਆਪਾਂ ਇਨਬਾਕਸ ਵਿੱਚ ਵੀ ਸੌਰਟ ਕਰ ਸਕਦੇ ਹੈਗੇ ਆ, ਡੇਟ ਤੋਂ, ਸੈਂਡਰ ਜਿਹਨੇ ਭੇਜਿਆ ਜਾਂ ਸਬਜੈਕਟ ਨੇਮ ਤੋਂ, ਉਹਨਾਂ ਤੋਂ ਵੀ ਆਪਾਂ ਸੌਰਟ ਆਊਟ ਕਰ ਸਕਦੇ ਹੈਗੇ ਆ। ਇਸ ਕਰਕੇ ਵੇ ਆਊਟ ਵੀ ਹੈਗੇ ਨੇ, ਜੇ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ ਈਮੇਲਸ, ਵੇ ਆਊਟ ਵੀ ਹੈਗੇ ਨੇ, ਉਹਨਾਂ ਨੂੰ ਨਿਚੇੜਨ ਦੇ ਤਰੀਕੇ ਵੀ ਹੈਗੇ ਨੇ। ਹੁਣ ਇੱਕ ਪ੍ਰੋਬਲਮ ਆ ਰਹੀ ਹੈਗੀ ਆ, ਈਮੇਲ ਵਿੱਚ ਵਾਇਰਸ ਵੀ ਆ ਜਾਂਦੇ ਨੇ। ਇਸ ਕਰਕੇ ਬਚਣ ਲਈ ਕੀ ਕਰੀਏ, ਕੋਈ ਵੀ ਸਸਪੀਸ਼ੀਅਸ ਈਮੇਲ ਨੂੰ ਨਾ ਖੋਲੀ। ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਕਿੱਥੋਂ ਈਮੇਲ ਸਾਨੂੰ ਆ ਸਕਦੀ ਹੈ ਤੇ ਕਿਉਂ ਆ ਸਕਦੀ ਹੈਗੀ ਆ। ਜਦੋਂ ਆਪਾਂ ਅਟੈਚਮੈਂਟ ਖੋਲਣੀ ਹੈਗੀ ਆ, ਉਦੋਂ ਵੀ ਅਸੀਂ ਸਾਵਧਾਨ ਰਹਿਣਾ ਹੈਗਾ ਆ। ਕਿਸੇ ਵੀ ਗਲਤ ਸੋਰਸਿਸ ਤੋਂ ਆਈ ਈਮੇਲ ਦੀ ਅਟੈਚਮੈਂਟ ਨੂੰ ਨਹੀਂ ਖੋਲਣਾ। ਅਗਰ ਖੋਲਣਾ ਪੈਂਦਾ ਤੇ ਉਹਨੂੰ ਪਹਿਲਾਂ ਐਂਟੀਵਾਇਰਸ ਨਾਲ ਕੀ ਕਰਨਾ ਹੈਗਾ ਆ, ਸਕੈਨ ਕਰਨਾ ਹੈ। ਸਾਡੇ ਕੋਲ ਜਿਹੜਾ ਐਂਟੀਵਾਇਰਸ ਹੋਵੇ ਉਹਨੂੰ ਵੀ ਆਪਾਂ ਅਪਡੇਟ ਰੱਖਣਾ ਹੈ, ਸਪੈਮ ਫਿਲਟਰ ਲਗਾ ਕੇ ਰੱਖਣਾ ਹੈ, ਅਵੋਇਡ ਕਰਨਾ ਹੈ ਕੋਈ ਬੇਵਜ੍ਹਾ ਲਿੰਕ ਖੋਲਣ ਤੋਂ, ਹੈ ਨਾ। ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਕਰੋ, ਆਪਣਾ ਡੇਟਾ ਬੈਕਅਪ ਕਰਕੇ ਰੱਖਣਾ ਹੈਗਾ, ਤਾਂ ਕਿ ਜੇ ਕੁਝ ਡਿਲੀਟ ਹੋ ਜਾਵੇ ਤੇ ਤੁਹਾਨੂੰ ਆਸਾਨੀ ਨਾਲ ਬਾਅਦ ਵਿੱਚ ਉਹ ਲੱਭ ਜਾਵੇ। ਇਹ ਨਾ ਹੋਵੇ ਕਿ ਤੁਹਾਨੂੰ ਲੱਭਣ ਵਿੱਚ ਕੋਈ ਬਹੁਤ ਮੁਸ਼ਕਲ ਆਵੇ। ਇਸ ਤੋਂ ਬਾਅਦ ਆਪਾਂ ਡੋਮੇਨ ਨੇਮ ਸਮਝਦੇ ਹੈਗੇ ਆ। ਦੇਖੋ .com ਹੋ ਸਕਦਾ ਕਮਰਸ਼ੀਅਲ ਵਾਸਤੇ, ਕੋਈ ਆਰਗੇਨਾਈਜੇਸ਼ਨ ਚੱਲਦੀ ਹੈ .org ਹੋ ਸਕਦਾ, ਨੈਟਵਰਕ ਵਾਸਤੇ ਨੈਟ, ਐਜੂਕੇਸ਼ਨ ਵਾਸਤੇ EDU, ਗਵਰਨਮੈਂਟ ਵਾਸਤੇ GOV, ਮਿਲਟਰੀ ਵਾਸਤੇ MIL। ਆ ਸਾਰੇ ਜਿੰਨੇ ਆ 10 ਫਾਰਮ ਵੇਖ ਰਹੇ ਜੇ ਨਾ, ਇਹ ਸਾਰੇ ਡੋਮੇਨ ਨੇਮ ਹੈ। ਇਹਨਾਂ ਨੂੰ ਵੇਖਣ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਮੇਲ ਹੈ। ਫਿਰ ਪਾਰਟਿਕੂਲਰ ਦੇਸ਼ਾਂ ਵਾਸਤੇ ਵੀ ਹੈ, ਫਰਾਂਸ ਵਾਸਤੇ FR, ਇੰਡੀਆ ਵਾਸਤੇ IN, UK ਵਾਸਤੇ, ਯੂਨਾਈਟਿਡ ਕਿੰਗਡਮ ਵਾਸਤੇ UK। ਇਹ ਸਾਰੀਆਂ ਵੀ ਅਸੀਂ ਵੇਖ ਸਕਦੇ ਹਾਂ ਕਿ ਹੋਰ ਵੀ ਹੁਣ ਬਹੁਤ ਸਾਰੇ ਡੋਮੇਨ ਨੇਮ ਆ ਰਹੇ ਆ। ਤੁਸੀਂ ਇਹ ਵੀ ਕੋਸ਼ਿਸ਼ ਕਰਿਓ, 10 ਮੈਂ ਦੱਸ ਦਿੱਤੇ ਹੈਗੇ ਆ। ਤੁਹਾਡਾ ਹੋਮਵਰਕ ਹੈਗਾ ਕਿ 10 ਤੁਸੀਂ ਹੁਣ ਲੱਭ ਕੇ ਲਿਆਇਓ ਇਹਨਾਂ ਤੋਂ ਸਿਵਾਏ, ਠੀਕ ਹੈ ਜੀ। ਇਸ ਤੋਂ ਬਾਅਦ ਮੈਂ ਬਾਰ-ਬਾਰ ਬੱਚਿਓ ਰਿਪੀਟ ਕਰਦਾ ਹੁੰਦਾ, ਜਿਹੜੇ ਬੱਚੇ ਨੂੰ ਪੂਰਾ ਟੌਪਿਕ ਕਲੀਅਰ ਹੋ ਗਿਆ, ਉਹਨੂੰ ਕਿਤੇ ਨਾ ਕਿਤੇ ਟਰੂ ਐਂਡ ਫਾਲਸ ਵੀ ਆਉਂਦੇ ਹੋ। ਹੁਣ ਇੰਟਰਨੈਟ ਜਦੋਂ ਯੂਜ਼ ਹੋਇਆ ਨਾ, ਉਹ ਕੀ ਹੈਗਾ ਸੀ, ਉਹ ਫਸਟ ਟਾਈਮ ਡਿਵੈਲਪ ਹੋਇਆ ਐਜ਼ ਅ ਰਿਸਰਚ ਪ੍ਰੋਜੈਕਟ। ਉਹ ਡਿਫੈਂਸ ਵਾਸਤੇ US ਨੇ, ਅਮਰੀਕਾ ਨੇ ਇਜਾਦ ਕੀਤਾ ਸੀ। ਉਹਨਾਂ ਨੇ ਆਪਣੇ ਆਪ 'ਚ ਕਮਿਊਨੀਕੇਟ ਕਰਨ ਲਈ। ਇਹ ਸਹੀ ਗੱਲ ਹੈਗੀ ਆ, ਟਰੂ ਹੈਗਾ। ਅੱਛਾ, ਡੋਮੇਨ ਨੇਮ ਸਰਵਰ ਟਰਾਂਸਲੇਟ ਕਰਦਾ ਹੈਗਾ ਆ ਡੋਮੇਨ ਨੇਮ ਨੂੰ IP ਐਡਰੈਸ ਵਿੱਚ, ਕਿਉਂਕਿ ਆਪੇ IP ਐਡਰੈਸ ਸਾਰੇ ਯਾਦ ਨਹੀਂ ਰੱਖ ਸਕਦੇ। ਇਹ ਵੀ ਬਿਲਕੁਲ ਸਹੀ ਗੱਲ ਹੈਗੀ ਆ। ਵੈਬ ਪੇਜ ਓਨਲੀ ਯੂਜ਼ ਫॉर ਆਨਲਾਈਨ ਸ਼ਾਪਿੰਗ ਐਂਡ ਇੰਟਰਨੈਟ, ਨਹੀਂ, ਐਜੂਕੇਸ਼ਨ ਵਾਸਤੇ ਵੀ ਯੂਜ਼ ਹੋ ਸਕਦਾ, ਹੈਲਥ ਵਾਸਤੇ ਵੀ ਯੂਜ਼ ਹੋ ਸਕਦਾ। ਫਾਲਸ ਹੋ ਗਿਆ ਨਾ ਗੱਲ। ਵੈਬ ਪੇਜ ਇਜ਼ ਕੰਪੋਨੈਂਟ ਆਫ ਵੈਬਸਾਈਟ, ਬਿਲਕੁਲ ਸਹੀ ਗੱਲ ਹੈ। ਇੱਕ ਵੈਬਸਾਈਟ 'ਚ ਬਹੁਤ ਸਾਰੇ ਵੈਬ ਪੇਜ ਹੋ ਸਕਦੇ ਆ ਨਾ, ਇਸ ਕਰਕੇ ਉਹਦਾ ਕੰਪੋਨੈਂਟ ਹੈ। ਵੈਬ ਐਡਰੈਸ ਇਜ਼ ਅ ਯੂਨੀਕ ਆਇਡੈਂਟੀਫਾਇਰ ਫॉर ਅ ਸਪੈਸਿਫਿਕ ਵੈਬ ਪੇਜ ਔਨ ਇੰਟਰਨੈਟ, ਬਿਲਕੁਲ ਸਹੀ ਗੱਲ ਬੱਚੇ। ਹਰ ਇੱਕ ਵੈਬ ਐਡਰੈਸ ਜਿਹੜਾ ਹੈਗਾ ਇੱਕ URL ਹੁੰਦਾ ਆ, ਉਹਦਾ ਇੱਕ ਸਪੈਸਿਫਿਕ ਵੈਬ ਪੇਜ ਹੁੰਦਾ ਇੰਟਰਨੈਟ ਤੇ। ਜਿਹੜਾ ਵੀ ਇੱਕ ਪੇਜ ਆ ਉਹ ਤੁਹਾਨੂੰ ਹੋਰ ਕਿਤੇ ਨਹੀਂ ਲੱਗੂਗਾ, ਉਹ ਸੇਮ ਐਡਰੈਸ ਨਾਲ ਸਿਰਫ ਤੁਹਾਨੂੰ ਉੱਥੇ ਲੱਗੂਗਾ। ਤੇ ਪਿਆਰੇ ਬੱਚਿਓ, ਅੱਜ ਅਸੀਂ ਫਿਰ ਪੜ੍ਹਿਆ ਵਰਕਿੰਗ ਆਫ ਇੰਟਰਨੈਟ। ਜਦੋਂ ਆਪਾਂ ਵਰਕਿੰਗ ਆਫ ਇੰਟਰਨੈਟ ਪੜ੍ਹ ਲਿਆ ਹੈਗਾ ਆ, ਤੇ ਸਾਨੂੰ ਕਲੀਅਰ ਹੋ ਗਿਆ ਹੋਊਗਾ ਇਹ ਪੂਰਾ ਦਾ ਪੂਰਾ ਚੈਪਟਰ। ਤੁਸੀਂ ਇਸ ਤਰ੍ਹਾਂ ਹੀ ਪੜ੍ਹਦੇ ਰਹਿਣਾ ਹੈਗਾ ਆ, ਤੇ ਹਰ ਚੀਜ਼ ਨੂੰ
ਸਮਝਦੇ ਰਹਿਣਾ ਹੈਗਾ, ਕਿਉਂਕਿ ਅਗਰ ਆਪਾਂ ਨੂੰ ਇੰਟਰਨੈਟ ਸਮਝ ਆ ਗਿਆ, ਫੰਡਾਮੈਂਟਲ ਆਫ ਇੰਟਰਨੈਟ, ਵਰਕਿੰਗ ਆਫ ਇੰਟਰਨੈਟ, ਤੇ ਫਿਰ ਸਾਡੇ ਲਈ FEB ਸਮਝਣਾ ਬਹੁਤ ਆਸਾਨ ਹੋ ਜਾਂਦਾ, ਕਿਉਂਕਿ ਸਾਰਾ ਦਾ ਸਾਰਾ ਜਿਹੜਾ FEB ਹੈਗਾ ਆ ਉਹ ਇਹਦੇ ਉੱਤੇ ਹੀ ਬੇਸ ਹੈਗਾ ਆ ਕਿ ਜਦੋਂ ਇੰਟਰਨੈਟ ਸਾਨੂੰ ਸਮਝ ਆ ਜਾਊਗਾ ਤੇ ਫੰਡਾਮੈਂਟਲ ਆਫ ਈ ਬਿਜ਼ਨਸ ਵੀ ਬੇਸਿਕਲੀ ਸਾਨੂੰ ਸਮਝ ਆ ਜਾਂਦਾ ਹੈਗਾ। ਇਸ ਕਰਕੇ ਪਿਆਰੇ ਬੱਚਿਓ, ਇਹਨੂੰ ਬਹੁਤ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣਾ, ਸਮਝ ਲੈਣਾ, ਇਹਦੇ ਕੁਐਸਚਨ ਆਨਸਰ ਯਾਦ ਕਰ ਲੈਣੇ, ਸਮਝ ਲੈਣੇ।